ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮਿਲ ਟੀਵੀ USA। ਮੈਂ ਤੇਜਪਾਲ ਸਿੰਘ ਮਨਹਾਸ ਤੇ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਖਬਰ ਜੰਕਸ਼ਨ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਦੀ ਗੱਲ ਕਰਦੇ ਹਾਂ। ਹਾਲਾਂਕਿ ਸਾਨੂੰ ਪਤਾ ਹੈ ਕਿ ਹਰ ਬੰਦੇ ਦੇ ਆਪਣੇ ਆਪਣੇ ਵਿਚਾਰ ਹੁੰਦੇ ਆ। ਅਸੀਂ ਸਿਰਫ ਉਸ ਖਬਰ ਦੀ ਪੜਚੋਲ ਕਰਕੇ ਤੁਹਾਡੇ ਤੱਕ ਪਹੁੰਚ ਕਰਦੇ ਹਾਂ। ਅਸੀਂ ਤੁਹਾਡੀ ਕੋਈ ਵਿਚਾਰਧਾਰਾ ਬਦਲਣ ਨੂੰ ਨਹੀਂ ਕਹਿ ਰਹੇ, ਸਿਰਫ ਉਸ ਖਬਰ ਦੇ ਆਲੇ ਦੁਆਲੇ ਕੀ ਬੁਣਿਆ ਸੀ ਤੇ ਇਹ ਖਬਰ ਕਿੱਦਾਂ ਬਣੀ, ਸਿਰਫ ਇੰਨੀਆਂ ਹੀ ਗੱਲਾਂ ਦੱਸਦੇ ਹਾਂ। ਤੇ ਬਾਕੀ ਉਹਦੇ ਬਾਰੇ ਰਾਏ ਜਿਹੜੀ ਹੈ ਉਹ ਤੁਸੀਂ ਆਪ ਸਿਆਣੇ ਹੋ, ਤੁਸੀਂ ਆਪ ਬਣਾ ਸਕਦੇ ਹੋ। ਤੇ ਸਾਡੇ ਨਾਲ ਸਾਡੇ ਇਸ ਖਬਰ ਜੰਕਸ਼ਨ ਦੇ ਮੰਚ ਤੇ ਬੈਠੇ ਨੇ ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ। ਆਪਾਂ ਉਹਨਾਂ ਨੂੰ ਜੀ ਆਇਆਂ ਕਹੀਏ। ਸੱਤੀ ਸਾਹਿਬ ਜੀ ਆਇਆਂ ਜੀ। ਹਾਂ ਤੇਜਪਾਲ ਜੀ, ਤੁਹਾਡਾ ਧੰਨਵਾਦ। ਤੁਸੀਂ ਇੱਥੇ ਸਾਦੇ ਔਰ ਵਿਚਾਰ ਰੱਖਣ ਦਾ ਮੌਕਾ ਦਿੰਦੇ ਹੋ। ਦਰਅਸਲ ਇਹ ਜਿਹੜੇ ਜੋ ਕੁਝ ਵੀ ਆਪਾਂ ਇੱਥੇ ਪੇਸ਼ ਕਰਦੇ ਹਾਂ ਉਹ ਆਪਾਂ ਜਿਹੜਾ ਖਬਰਾਂ ਨੇ ਰੋਜ਼ਮਰਾ ਦੀਆਂ, ਜਿਹੜਾ ਮਤਲਬ ਚਲੰਤ ਮਾਮਲੇ ਨੇ, ਆਪਾਂ ਉਹਨਾਂ ਦੀ ਮੋਟੇ ਤੌਰ ਤੇ ਗੱਲ ਕਰਦੇ ਹਾਂ। ਉਹਨਾਂ 'ਚ ਸਾਡੇ ਨਿੱਜੀ ਵਿਚਾਰ ਤਾਂ ਕੋਈ ਨਹੀਂ, ਮਤਲਬ ਜੋ ਦਿਸਦਾ ਹੈ ਜਾਂ ਜਿਹੜੀ ਖਬਰ ਦੀ ਬੁਣਤਰ ਆ, ਥੋੜਾ ਪਿਛੋਕੜ, ਥੋੜਾ ਚੱਲ ਰਿਹਾ ਜੋ ਕੋਈ ਵੀ ਮਸਲਾ ਹੈਗਾ, ਆਪਾਂ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ। ਤੇ ਨਾ ਹੀ ਇਹ ਕੋਈ ਅੰਤਮ ਰਾਏ ਹੁੰਦੀ ਆ। ਕਹਿੰਦੇ ਨੇ ਅੰਤਮ ਰਾਏ ਤਾਂ ਕੁਝ ਵੀ ਨਹੀਂ ਹੁੰਦੀ। ਹਰ ਕੁਛ ਦੇ ਵਿੱਚ, ਹਰ ਚੀਜ਼ ਦੇ ਵਿੱਚ ਸੁਧਰਨ ਦੀਆਂ ਸੰਭਾਵਨਾਵਾਂ ਹੁੰਦੀਆਂ, ਵਿਗੜਨ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਹਾਲਾਤ ਵਿਗੜਦੇ ਨੇ, ਸੁਧਰਦੇ ਨੇ। ਸੋ ਹਰ ਗੱਲ ਦੇ ਵਿੱਚ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈਗੀ ਆ। ਸੋ ਨਾ ਇੱਥੇ ਕੋਈ ਅਸੀਂ ਅੰਤਮ ਨਿਰਣਾ ਲੈਂਦੇ ਆ ਤੇ ਨਾ ਹੀ ਕੋਈ ਆਖਰੀ ਗੱਲ ਕਹਿੰਦੇ ਆ ਵੀ ਇਹ ਆਖਰੀ ਗੱਲ ਹੈ। ਲਾਸਟ ਟਰੁਥ ਕੁਝ ਵੀ ਨਹੀਂ ਹੁੰਦਾ। ਸੋ ਐਵੇਂ ਗੱਲਾਂ ਬਾਤਾਂ ਨੇ ਤੇ ਵਿਚਾਰ ਵਟਾਂਦਰੀ ਆ ਜੀ ਸਾਹਿਬ। ਕਰੀਏ ਫਿਰ ਗੱਲ ਸ਼ੁਰੂ ਜੀ। ਗੱਲ ਫੇਰ ਉੱਥੇ ਹੀ ਕਿਸਾਨ ਸੰਘਰਸ਼ ਜੀ। ਪਿਛਲੇ ਕਾਫੀ ਸਮੇਂ ਤੋਂ ਆਪਾਂ ਉਹੀ ਕਰ ਰਹੇ ਹਾਂ ਜੀ। ਹੁਣ ਜਿਹੜਾ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੂੰ ਮਤਲਬ ਅਲਟੀਮੇਟਮ ਵੀ ਦਿੱਤਾ ਵੀ ਤੁਸੀਂ ਵਿਧਾਨ ਸਭਾ ਸੈਸ਼ਨ ਬੁਲਾਓ ਕੈਪਟਨ ਸਾਹਿਬ ਨੂੰ, ਤੇ ਉਹਨੀ ਗੱਲ ਮੰਨ ਲਈ। ਹੁਣ 2 ਦਿਨ ਦਾ ਜਿਹੜਾ ਸੈਸ਼ਨ ਚੱਲ ਰਿਹਾ ਉਹਦੇ ਬਾਰੇ ਦੱਸੋ। ਦੇਖੋ, ਇਸ ਸੈਸ਼ਨ ਲਈ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਖੁਦ ਹੀ ਕਹਿੰਦੇ ਸੀਗੇ ਵੀ ਅਸੀਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਾਂਗੇ ਤੇ ਉਹਦੇ ਵਿੱਚ ਜਿਹੜਾ ਖੇਤੀਬਾੜੀ ਕਾਨੂੰਨ ਨੇ ਕੇਂਦਰ ਦੇ, ਉਹਨਾਂ ਨੂੰ ਰੱਦ ਕਰਨ ਸੰਬੰਧੀ ਮਤਾ ਪਾਸ ਕਰਾਂਗੇ। ਫਿਰ ਵਿਰੋਧੀ ਧਿਰ ਜ਼ੋਰ ਪਾਉਣ ਲੱਗ ਪਈ। ਇੱਥੋਂ ਤੱਕ ਪਈ ਕਿਸਾਨ ਜਥੇਬੰਦੀਆਂ ਨੇ ਵੀ ਥੋੜਾ ਉਹਨਾਂ ਨੂੰ ਅਲਟੀਮੇਟਮ ਵੀ ਦੇ ਦਿੱਤਾ ਸੀ ਇੱਕ ਵੇਲੇ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਦਿੱਲੀ ਵਾਲੀ ਜਿਹੜੀ ਆਖਰੀ ਮੀਟਿੰਗ ਉਹਨਾਂ ਦੀ ਸੰਜੇ ਅਗਰਵਾਲ ਦੇ ਨਾਲ, ਆਪਣੇ ਖੇਤੀਬਾੜੀ ਸਕੱਤਰ ਦੇ ਨਾਲ, ਉਸ ਤੋਂ ਬਾਅਦ ਕਿਹਾ ਵੀ ਅਸੀਂ ਜਿਹੜਾ ਅਲਟੀਮੇਟਮ ਪੰਜਾਬ ਸਰਕਾਰ ਨੂੰ ਉਹ ਵਾਪਸ ਲੈਂਦੇ ਹਾਂ। ਸਾਡਾ ਹੁਣ ਆਡਾ ਜਿਹੜਾ ਉਹ ਕੇਂਦਰੀ ਹਕੂਮਤ ਦੇ ਨਾਲ ਸਿੱਧਾ ਹੈਗਾ। ਸੋ ਫਿਰ ਅਕਾਲੀ ਦਲ ਵਾਲੇ ਵਿਰੋਧ ਕਰਨ ਲੱਗ ਪਏ। ਇਸ ਤਰ੍ਹਾਂ ਆਪ ਵਾਲੇ ਵਿਰੋਧ ਕਰਦੇ ਸੀ ਜਾਂ ਇਹੋ ਜਿਹੀ ਆਵਾਜ਼ ਉਠਾਉਂਦੇ ਸੀ ਵੀ ਵਿਸ਼ੇਸ਼ ਇਜਲਾਸ ਜਿਹੜਾ ਉਹ ਸੱਦਿਆ ਜਾਵੇ। ਸੋ ਉਹ ਅੰਤ ਅੱਜ ਜਿਹੜਾ ਆ 2 ਦਿਨਾਂ ਇਜਲਾਸ, ਪਹਿਲਾਂ 1 ਦਿਨ ਦਾ ਹੀ ਸੀਗਾ, ਫਿਰ ਵਿਰੋਧੀ ਧਿਰ ਜੋੜ ਪਾਉਣ ਲੱਗ ਪਈ ਤੇ ਹੁਣ ਉਹ 2 ਦਿਨ ਦਾ ਇਜਲਾਸ ਜਾਣੀ ਕਿ ਸੋਮਵਾਰ ਤੇ ਮੰਗਲਵਾਰ ਦਾ ਆ। ਠੀਕ ਹੈ ਜੀ। ਉਹਦੇ 'ਚ ਜਿਹੜੀ ਦੇਖਣ ਵਾਲੀ ਗੱਲ ਇਹ ਹੈ ਵੀ ਇੱਕ ਤਾਂ ਜਿਹੜੀ ਕੈਬਨਿਟ ਆ ਸਮੁੱਚੀ ਪੰਜਾਬ ਦੀ, ਸਾਰੇ ਮੰਤਰੀ ਮੰਡਲ ਨੇ ਸਾਰੇ ਫੈਸਲੇ ਲੈਣ ਦੇ ਅਧਿਕਾਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਮੁੱਖ ਮੰਤਰੀ ਸਾਹਿਬ ਨੂੰ ਦੇ ਦਿੱਤੇ। ਦੂਜਾ, ਜਿਹੜੀ ਮੀਟਿੰਗ ਹੋਈ ਹੈ ਉਹ 'ਚ ਵਿਧਾਇਕ ਦਾ ਜਿਹੜਾ ਸਾਰੇ ਵਿਧਾਇਕ ਨੇ ਪੰਜਾਬ ਕਾਂਗਰਸ ਦੇ, ਉਹਨਾਂ ਨੇ ਵੀ ਕੈਪਟਨ ਸਾਹਿਬ ਦੀ ਪਿੱਠ ਥਾਪੜੀ ਆ ਵੀ ਜੋ ਤੁਸੀਂ ਕਰ ਦੋਗੇ ਸਾਨੂੰ ਮਨਜ਼ੂਰ ਹੈ। ਪਰ ਇਹਦੇ ਵਿਚਲੀ ਜਿਹੜੀ ਗੱਲ ਹੈ ਦੇਖਣ ਵਾਲੀ ਜਾਂ ਗੌਰ ਕਰਨ ਵਾਲੀ ਗੱਲ ਹੈ ਵੀ ਜਿਹੜਾ ਇੱਥੇ ਮਤਾ ਪੇਸ਼ ਕੀਤਾ ਜਾਣਾ ਉਹਦੇ ਬਾਰੇ ਵਜ਼ੀਰਾਂ ਨੂੰ ਵੀ ਬਹੁਤਾ ਇਲਮ ਨਹੀਂ ਗਾ। ਹਾਂ, ਉਹ ਕਹਿ ਰਹੇ ਆ ਵੀ ਖਰੜਾ ਤੇ ਤਿਆਰ ਹੀ ਨਹੀਂ ਹੈਗਾ ਜੀ। ਸੋ ਕੀ ਅੱਜ ਪੇਸ਼ ਕਰਨਾ, ਕੀ ਉਹਦੇ ਤੇ ਐਕਸ਼ਨ ਹੋਣਾ, ਉਹ ਜੇ ਵਜ਼ੀਰਾਂ ਨੂੰ ਹੀ ਨਹੀਂ ਪਤਾ, ਕੱਲਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਪਤਾ, ਤੇ ਉਹਦੇ 'ਚ ਜ਼ਰੂਰ ਕੁਛ ਨਾ ਕੁਛ ਦਾਲ 'ਚ ਤਾਲਾ ਲੱਗਦਾ ਹੈ ਜੀ। ਠੀਕ ਹੈ। ਸੋ ਘੱਟੋ ਘੱਟ ਵਜ਼ੀਰਾਂ ਨੂੰ ਤਾਂ ਪਤਾ ਹੋਵੇ। ਜੇ ਸਾਰੇ ਉਹਨਾਂ ਦੇ ਵਿਧਾਇਕ ਦਲ ਨੂੰ ਨਹੀਂ ਪਤਾ, ਤਾਂ ਜੇ ਵਜ਼ੀਰ ਵੀ ਨਹੀਂ ਜਾਣਦੇ ਵੀ ਅੱਜ ਕਿਹੜੀ ਚੀਜ਼ ਸਾਡੇ ਪੇਸ਼ ਕੀਤੀ ਜਾਣੀ ਆ, ਤਾਂ ਫਿਰ ਤੁਸੀਂ ਇਸ ਗੱਲ ਨੂੰ ਕਿਵੇਂ ਲਾਓਗੇ? ਇੱਕ ਸਧਾਰਨ ਮਨੁੱਖ ਇਸ ਗੱਲ ਨੂੰ ਕਿਵੇਂ ਲਊਗਾ? ਸੋ ਉਹ ਇਹੀ ਸੋਚੇਗਾ ਕਿ ਕਿਤੇ ਨਾ ਕਿਤੇ ਉਹ ਜ਼ਰੂਰ ਕਿਤੇ ਨਾ ਕਿਤੇ ਗੜਬੜ ਹੈ। ਅਗਲੀ ਗੱਲ ਭਈ ਇਹਦੇ ਵਿੱਚ ਫੈਕਟਰੀ ਆਰਡੀਨੈਂਸ 2020 ਜਿਹੜਾ ਆ ਉਹਨੂੰ ਵੀ ਬਿੱਲ ਵਜੋਂ, ਮਤਲਬ ਅੱਜ ਆਰਡੀਨੈਂਸ ਨੂੰ ਬਿੱਲ ਬਣਾਉਣ ਲਈ ਵੀ ਜਿਹੜਾ ਪੇਸ਼ ਕੀਤਾ ਜਾਏਗਾ। ਠੀਕ ਹੈ ਜੀ। ਉਹ ਕੀ ਆ ਆਰਡੀਨੈਂਸ ਭਈ ਪੰਜਾਬ ਦੇ ਵਿੱਚ ਜਿਹੜੇ ਨਿਵੇਸ਼ ਦੇ ਮੌਕੇ ਨੇ, ਜਾਣੀ ਕਿ ਮੋਟੇ ਤੌਰ ਤੇ ਤਾਂ ਉਹ ਇੱਕ ਤਾਂ ਉਹ ਵਧਾਉਣ ਲਈ, ਇਸੇ ਤਰ੍ਹਾਂ ਰੋਜ਼ਗਾਰ ਦੇ ਜਿਹੜੇ ਮੌਕੇ ਆ ਉਹ ਵਧਾਉਣ ਦੇ ਲਈ ਇਹ ਆਰਡੀਨੈਂਸ ਜਿਹੜਾ ਆ ਉਹਨੂੰ ਬਿੱਲ ਵਿੱਚ ਤਬਦੀਲ ਕੀਤਾ ਜਾਵੇਗਾ।
ਸੋ ਇਹ ਮੋਟੇ ਤੌਰ ਤੇ ਤਾਂ ਦੋ ਗੱਲਾਂ ਇਹ ਹੀ ਜੀ। ਆ। ਪਹਿਲਾਂ ਜਦੋਂ ਵਿਧਾਨ ਸਭਾ ਦਾ ਸੈਸ਼ਨ ਸਵੇਰੇ ਸ਼ੁਰੂ ਹੋਇਆ ਤਾਂ ਉਦੋਂ ਤਾਂ ਇਹੀ ਸੀਗਾ ਵੀ ਚਲੋ ਜਿਹੜਾ ਕੋਈ ਸ਼ਰਧਾਂਜਲੀ ਦਿੱਤੀ ਜਾਂ ਕੋਈ ਹੋਰ ਤੇ ਸੈਸ਼ਨ ਮੁਲਤਵੀ ਜੀ। ਸੋ ਅਗਲੀ ਗੱਲ ਜਿਹੜੀ ਹੁਣ ਆਪਾਂ ਬਾਅਦ ਚ ਦੇਖਾਂਗੇ ਜੀ। ਸਤੀ ਸਾਹਿਬ, ਜਿਹੜੀ ਆਮ ਆਦਮੀ ਪਾਰਟੀ ਆ ਜੀ, ਇੱਕ ਤਾਂ ਉਹ ਇਸ ਗੱਲ ਤੇ ਅੜੀ ਹੋਈ ਹੈ ਵੀ ਭਾਈ ਸੈਸ਼ਨ 7 ਦਿਨ ਦਾ ਕਰੋ ਜੀ, ਤੇ ਦੂਜਾ ਉਹ ਕਹਿੰਦੇ ਰਾਜਪਾਲ ਉਹਨਾਂ ਦੇ ਪਹਿਲਾਂ ਤਾਂ ਵਿਧਾਨ ਸਭਾ 'ਚ ਹੀ ਮੋਰਚਾ ਲਾ ਕੇ ਬਹਿ ਗਏ ਸੀਗੇ ਜੀ, ਤੇ ਮੁੜ ਕੇ ਕਹਿੰਦੇ ਰਾਜਪਾਲ ਉਹਨਾਂ ਦੇ ਵੀ ਗਏ ਨੇ ਜੀ। ਵੀ ਭਾਈ ਇਹਨੂੰ 7 ਦਿਨਾਂ ਦਾ ਕਰੋ ਤੇ ਕਿ ਜਿਹੜੀਆਂ ਚੰਗੀ ਤਰ੍ਹਾਂ ਇਹਦੇ ਬਾਰੇ ਖਰੜ ਨੂੰ ਵਿਚਾਰ ਲਈਏ। ਤੇਜਪਾਲ ਜੀ, ਕਿਸੇ ਹੱਦ ਤੱਕ ਤਾਂ ਜਿਹੜੀ ਆਪ ਵਾਲਿਆਂ ਦੀ ਮੰਗ ਹੈ ਉਹ ਜਾਇਜ਼ ਆ। ਤੁਸੀਂ ਮਤਲਬ ਇੰਨੇ ਚਿਰ ਬਾਅਦ ਇੱਕ ਸੈਸ਼ਨ ਸੱਦਿਆ ਜਾ ਰਿਹਾ ਵਿਧਾਨ ਸਭਾ ਦਾ ਤੇ ਉਹਦੇ 'ਚ ਤੁਸੀਂ ਇੱਕ ਦਿਨ 'ਚ ਕੀ ਗੱਲ ਨਿਬੇੜੋਗੇ, 2 ਦਿਨਾਂ 'ਚ ਕੀ ਗੱਲ ਨਿਬੇੜੋਗੇ? ਘੱਟੋ ਘੱਟ ਜੇ ਹਫ਼ਤੇ ਦਾ ਸੈਸ਼ਨ ਆ ਤਾਂ ਉਹਦੇ 'ਚ ਕੋਈ ਸਾਰਥਕ ਗੱਲ, ਕੋਈ ਸੰਵਾਦ ਤਾਂ ਹੋਏਗਾ, ਕੋਈ ਸਵਾਲ ਹੋਣਗੇ, ਕੋਈ ਜਵਾਬ ਹੋਣਗੇ ਤਾਂ ਉਹਦੇ ਵਿੱਚੋਂ ਕੁਝ ਚੰਗਾ ਨਿਕਲੇਗਾ। ਠੀਕ ਹੈ। ਸੋ ਜਿਹੜੀ ਵਿਰੋਧੀ ਧਿਰ ਆ ਇੱਕ ਤਰ੍ਹਾਂ ਨਾਲ ਤਾਂ ਜ਼ਿੰਮੇਵਾਰ ਧਿਰ, ਜੇ ਉਹ ਜ਼ਿੰਮੇਵਾਰੀ ਵਾਲਾ ਰੋਲ ਨਿਭਾਉਂਦੀ ਹੈ ਤਾਂ ਫਿਰ ਤਾਂ ਉਹ ਠੀਕ ਹੈ। ਜੇ ਉਹ ਵੀ ਮਤਲਬ ਸਿਰਫ ਉਹਦੇ 'ਚ ਖੁਦਗਰਜ਼ੀ ਆ, ਮੌਕਾ ਪ੍ਰਸਤੀ ਆ, ਪਰ ਹਾਲ ਦੀ ਘੜੀ ਮੈਨੂੰ ਲੱਗਦਾ ਸੈਸ਼ਨ ਜਿਹੜਾ ਵਧਾਇਆ ਜਾਣਾ ਘੱਟੋ ਘੱਟ ਇਹਦੇ 'ਚ ਤਾਂ ਕੋਈ ਮੈਨੂੰ ਗੱਲ ਏਡੀ ਲੱਗਦੀ ਨਹੀਂ ਪਈ ਉਹਦੇ 'ਚ ਉਹਨਾਂ ਦੀ ਕੋਈ ਨਿੱਜੀ ਖੁਦਗਰਜ਼ੀ ਹੋਵੇ। ਹਫ਼ਤੇ 'ਚ ਕੋਈ ਬਹਿਸ ਮੁਹਾਸਾ ਹੁੰਦਾ, ਕੋਈ ਗੱਲ ਨਿਕਲ ਕੇ ਆਉਂਦੀ ਆ। ਮਹੀਨਾ ਹੋ ਗਿਆ ਸਾਡੇ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਨੇ। ਠੀਕ ਹੈ। ਸੋ ਉਹ ਗੱਲ ਹੋਣੀ ਚਾਹੀਦੀ ਆ। ਤਾਂ ਦੂਸਰਾ ਪਹਿਲਾਂ ਉਹਨਾਂ ਦਾ ਇਹ ਵੀ ਸੀਗਾ ਵੀ ਸਾਨੂੰ ਜਿਹੜਾ ਖੇਤੀ ਐਕਟ ਹੈ ਉਹਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਜਾਣ। ਉਹ ਕਾਪੀਆਂ ਹੀ ਨਹੀਂ ਦਿੱਤੀਆਂ ਗਈਆਂ। ਬਹਿਸ ਕਾਹਦੇ ਤੇ ਹੋਣੀ ਆ? ਗੱਲ ਕੀ ਹੋਏਗੀ? ਜੇ ਮਤਲਬ ਆਪਣੇ ਸਾਡੀ ਅਸੈਂਬਲੀ ਦੇ ਵਿੱਚ ਜਿੰਨੇ ਵਿਧਾਇਕ ਨੇ 100 ਬੰਦੇ ਨੂੰ ਇਹੀ ਨਹੀਂ ਪਤਾ ਪਈ ਉਹ ਬਿੱਲ ਹੈ ਕੀ, ਤਾਂ ਬਹਿਸ ਕਾਹਦੀ ਹੋਏਗੀ? ਠੀਕ ਹੈ। ਸੋ ਇਸੇ ਤਰ੍ਹਾਂ ਜਿਹੜੇ ਸਾਬਕਾ ਮੰਤਰੀ ਅਕਾਲੀ ਭਾਜਪਾ ਵਜ਼ਾਰਤ ਵਾਲੇ ਵਿਕਰਮ ਸਿੰਘ ਮਜੀਠੀਆ ਹੋਰੀ, ਉਹ ਕਹਿੰਦੇ ਵੀ ਜੇ ਕੈਬਨਿਟ ਦੇ ਵਜ਼ੀਰਾਂ ਨੂੰ, ਜਿਹੜੇ ਮੰਤਰੀ ਮੰਡਲ ਆ ਪੰਜਾਬ ਦਾ, ਜੇ ਉਹਨਾਂ ਨੂੰ ਨਹੀਂ ਇਸ ਗੱਲ ਦੀ ਕੋਈ ਇਲਮ, ਕੋਈ ਗਿਆਨ ਪਈ ਜਿਹੜਾ ਅੱਜ ਜੋ ਵੀ ਲੈਂਦਾ ਜਾਣਾ ਖੇਤੀ ਦੇ ਖਿਲਾਫ ਤੇ ਉਹ ਕਿਹੜਾ ਬਿੱਲ ਆ, ਉਹਦੀ ਕੀ ਆਪਣੇ ਮੈਨੂਸਕ੍ਰਿਪਟ ਹੈ, ਤੇ ਉਹਦੇ ਬਾਰੇ ਜੇ ਨਹੀਂ ਪਤਾ ਤੇ ਇਹ ਤੋਂ ਉਹ ਕਹਿੰਦੇ ਸਿੱਧਾ ਹੀ ਜ਼ਾਹਰ ਹੁੰਦਾ ਵੀ ਕੈਪਟਨ ਸਾਹਿਬ ਕੇਂਦਰ ਦੇ ਨਾਲ ਫਰੈਂਡਲੀ ਮੈਚ ਖੇਲ ਰਹੇ ਆ। ਠੀਕ ਹੈ। ਇਹਨਾਂ ਨੇ ਤਾਂ ਪੂਰੀ ਫਰੈਂਡਸ਼ਿਪ ਨਿਭਾਈ ਆ 20-25 ਸਾਲ, ਕੋਈ ਦੋ ਰਾਵਾਂ ਨਹੀਂ। ਅਕਾਲੀਆਂ ਨੇ ਤਾਂ ਕੋਈ ਸਿਰਾ ਨਹੀਂ ਛੱਡਿਆ, ਵਿਚਾਰਧਾਰਕ ਵਿਰੋਧ ਹੋਣ ਦੇ ਬਾਵਜੂਦ ਹਕੂਮਤ ਕਰਨ ਦੇ ਲਈ ਇਕੱਠੇ ਰਹੇ ਨੇ ਇੰਨੇ ਵਰੇ, 2 ਦਹਾਕਿਆਂ ਤੋਂ ਵੱਧ ਸਮਾਂ। ਸੋ ਹੁਣ ਕੈਪਟਨ ਸਾਹਿਬ ਦਾ ਫਰੈਂਡਲੀ ਮੈਚ ਆ ਜਾਂ ਨਹੀਂ, ਉਹ ਹੋਰ ਥੋੜੀ ਦੇਰ ਤੱਕ ਪਤਾ ਲੱਗ ਜਾਏਗਾ। ਥੋੜੀ ਦੇਰ ਪਹਿਲੇ ਮੈਂ ਖਬਰ ਸੁਣ ਰਿਹਾ ਸੀਗਾ ਵੀ ਇਹਨਾਂ ਨੂੰ ਪੰਜਾਬ ਭਵਨ 'ਚ ਵੀ ਐਂਟਰ ਨਹੀਂ ਹੋਣ ਦੇ ਰਿਹਾ ਅਕਾਲੀ ਦਲ ਦੇ ਜਿਹੜੇ ਆਪਣੇ ਵਿਧਾਇਕ ਹੈਗੇ ਆ ਜੀ। ਤੇ ਉਹ ਕੀ ਕਾਰਨ ਹੋ ਸਕਦਾ? ਕਹਿੰਦੇ ਉੱਥੇ ਅਸੀਂ ਪ੍ਰੈਸ ਕਾਨਫਰੰਸ ਕਰਨੀ ਸੀ ਤੇ ਉਹਨਾਂ ਨੂੰ ਪੁਲਿਸ ਨੇ ਰੋਕਿਆ ਹੋਇਆ ਵੀ ਇਹ ਕੀ ਗੱਲ, ਇਹਨੂੰ ਲੁਕਾਉਣ ਦੀ ਕਾਹਤੇ ਕੋਸ਼ਿਸ਼ ਕੀਤੀ ਜਾ? ਬਸ ਇਹਦੇ ਬਾਰੇ ਕੁਝ ਤੁਸੀਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦੇ, ਪਰ ਸ਼ਾਇਦ ਇਹਦੇ ਵਿੱਚ ਵੀ ਕੋਈ, ਦੇਖੋ ਜਦੋਂ ਹੁਣ ਪਿੱਛੇ ਉਹ ਮਾਰਚ ਕਰਕੇ ਆਏ ਆ ਉਦੋਂ ਵੀ ਪੰਜਾਬ ਦੀਆਂ ਸਰਹੱਦਾਂ ਤੇ ਰੋਕਿਆ ਗਿਆ, ਤੇ ਅੱਜ ਜਿਨ੍ਹਾਂ ਦੀ ਹਕੂਮਤ ਆ ਉਹਨਾਂ ਕੋਲ ਹੀ ਪੁਲਿਸ ਅਦਾਲਤਾਂ ਹੁੰਦੀਆਂ ਹੈਗੀਆਂ ਮੋਟੇ ਤੌਰ ਤੇ। ਠੀਕ ਹੈ। ਸੋ ਫੈਸਲੇ ਵੀ ਇੱਥੇ ਪ੍ਰਭਾਵਿਤ ਹੁੰਦੇ ਆਪਾਂ ਦੇਖਦੇ ਹਾਂ। ਸੋ ਇਹਦੇ ਵਿੱਚ ਵੀ ਕੋਈ ਕਾਲਾ ਮਾਲਾ ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਜੀ। ਅੱਛਾ ਸਤੀ ਸਾਹਿਬ, ਇਹਦੇ 'ਚ ਇੱਕ ਜਿਹੜੀ ਗੱਲ ਹੋਰ ਹੈਗੀ ਹੈ ਇਸ ਬਿੱਲ ਨਾਲ ਹੀ ਸੰਬੰਧਿਤ ਜੀ, ਉਹ ਇਹ ਹੈਗੀ ਹੈ ਵੀ ਕਨਸੂਆਂ ਚੱਲ ਰਹੀਆਂ ਜਾਂ ਖੁੱਲ੍ਹੇਆਮ ਵੀ ਆਪਣੇ, ਜਦੋਂ ਆਪਾਂ ਸੁਨੀਲ ਜਾਖੜ ਸਾਹਿਬ ਦੀ ਗੱਲ ਕਰੀਏ ਜਾਂ ਕੈਪਟਨ ਸਾਹਿਬ ਦੀ ਗੱਲ ਕਰੀਏ, ਤੇ ਕੱਲ੍ਹ ਜਿਹੜੀ ਇਹਨਾਂ ਦੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਇਹਨੇ ਕਿਹਾ ਵੀ ਭਾਈ ਜੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਵੀ ਦੇਵੇ ਗੌਰਮੈਂਟ ਜੀ, ਜਾਂ ਸਾਡੀ ਸਰਕਾਰ ਭੰਗ ਵੀ ਕਰ ਦੇਵੇ ਜੀ, ਤੇ ਅਸੀਂ ਤਾਂ ਵੀ ਇਹਦੇ ਇਸ ਬਿੱਲ ਦੀ ਸਪੋਰਟ 'ਚ ਖੜਾਂਗੇ ਕਿ ਇਹੋ ਜਿਹਾ ਕੁਝ ਹੋ ਸਕਦਾ ਹੈ ਵੀ ਸੈਂਟਰਲ ਗੌਰਮੈਂਟ ਰਾਸ਼ਟਰਪਤੀ ਰਾਜ ਲਾਗੂ ਕਰ ਦੇਵੇ ਇਸ ਬਿੱਲ ਦੇ ਚੱਕਰ 'ਤੇ। ਇਸ ਵੇਲੇ ਦੀ ਜਿਹੜੀ ਕੇਂਦਰੀ ਹਕੂਮਤ ਹੈ ਨਾ ਜੀ, ਉਹ ਵਿਰੋਧੀ ਵਿਚਾਰਧਾਰਾਵਾਂ ਜਿਹੜੀਆਂ ਹੈਗੀਆਂ, ਇੱਕ ਤਰ੍ਹਾਂ ਤਾਂ ਇਹ ਸਾਰੀਆਂ ਗੱਲਾਂ ਡੈਮੋਕ੍ਰੇਸੀ ਦੇ ਨਾਲ, ਲੋਕਤੰਤਰ ਦੇ ਉਲਟ ਜਾ ਰਹੀਆਂ ਨੇ ਜੀ। ਦੇਖੋ, ਜਿਹੜਾ ਤਾਂ ਭਾਜਪਾ ਦੀ ਸੋਚ ਅਪਣਾਉਂਦਾ ਹੈ, RSS ਅਨੁਸਾਰ ਚੱਲਦਾ, ਉਹ ਦੇਸ਼ ਭਗਤ ਹੈ, ਤੇ ਜਿਹੜਾ ਥੋੜਾ ਜਿਹਾ ਵੀ ਵਿਰੋਧ ਕਰਦਾ, ਕਿਤੇ ਵੀ ਵਿਰੋਧੀ ਸਿਰ ਉੱਠਦੀ ਆ ਜੀ, ਚਾਹੇ ਉਹ ਸਾਊਥ ਦੇ ਬੁੱਧੀਜੀਵੀ ਹੋਣ, ਚਾਹੇ ਉਹ ਅਰੁੰਧਤੀ ਰਾਏ ਹੋਵੇ, ਚਾਹੇ ਉਹ ਮੇਧਾ ਪਾਟੇਕਰ ਹੋਵੇ, ਚਾਹੇ ਉਹ ਪੰਜਾਬ ਦੇ ਬੁੱਧੀਜੀਵੀ ਹੋਣ, ਉਹਨਾਂ ਨੂੰ ਫੜ ਕੇ ਅੰਦਰ ਦੇਣ ਤੋਂ ਇਲਾਵਾ ਕੇਂਦਰੀ ਹਕੂਮਤ ਕੋਲ ਕੁਛ ਨਹੀਂ ਹੈਗਾ ਜੀ। ਅਗਲੀ ਗੱਲ, ਹਰ ਬੰਦਾ ਜਿਹੜਾ ਆ ਉਹਦੇ ਤੇ ਇਹ ਲੇਬਲ ਲਾ ਦੇਣਾ ਵੀ ਇਹ ਅੱਤਵਾਦੀ ਆ ਜਾਂ ਇਹ ਦੇਸ਼ ਵਿਰੋਧੀ ਆ,
ਤੇ ਵੀਰ ਸਾਵਰਕਰ ਹੋਰੀ ਮੁਆਫੀਨਾਮਾ ਦੇ ਕੇ ਜੇਲ੍ਹ ਚੋਂ ਬਾਹਰ ਆਏ ਸੀ। 10 ਉਹ ਵੀ ਘੱਟੋ ਘੱਟ ਪੰਜਾਬੀਆਂ ਨੇ ਇਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਜੀ। ਦੇਸ਼ ਵਿੱਚ ਰਹਿਣਾ ਮਨਜ਼ੂਰ ਕੀਤਾ। ਇਸ ਵੇਲੇ ਦੇਖੋ ਪੰਜਾਬ ਦੇ ਜਿਹੜੇ ਕਿਸਾਨ ਨੇ ਨਾ ਜੀ। ਉਹ ਪੂਰੇ ਦੇਸ਼ ਦੀ ਅਗਵਾਈ ਕਰ ਰਹੇ ਆ। ਬਿਲਕੁਲ। ਇੱਕ ਤਰ੍ਹਾਂ ਦਾ ਜੇ ਦੂਸਰੇ ਹਿੱਸਿਆਂ 'ਚ ਨਹੀਂ ਵੀ ਕੋਈ ਕਿਸਾਨ ਜਥੇਬੰਦੀਆਂ ਉੱਠ ਕੇ ਖੜੀਆਂ ਹੋਈਆਂ ਤਾਂ ਇਹ ਉਹਨਾਂ ਲਈ ਹੀ ਹਾਂ ਦਾ ਨਾਰਾ ਮਾਰਿਆ ਜਾ ਰਿਹਾ। ਜੀ। ਇਹ ਇਕੱਲਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਨਹੀਂ। ਅਗਲੀ ਗੱਲ, ਜੇ ਪੰਜਾਬ ਸਰਕਾਰ ਕੋਈ ਇਹੋ ਜਿਹਾ ਬਿੱਲ ਲਿਆਣ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕਰਦੀ ਆ ਤਾਂ ਕੋਈ ਵੱਡੀ ਗੱਲ ਨਹੀਂ। ਕੇਂਦਰੀ ਹੁਕੂਮਤ ਸਾਰੀ ਜਿਹੜੀ ਹੁਕੂਮਤ ਆ ਉਹਨੂੰ ਹੀ ਅੱਤਵਾਦੀ ਗਰਦਾਨ ਦੇਵੇ ਜਾਂ ਇਹੋ ਜਿਹੀ ਅਫਰਾ ਤਫਰੀ, ਜਿਵੇਂ ਹੁਣ ਬੀਤੇ ਦਿਨੀ ਹਮਲਾ ਤਾਂ ਹੋਇਆ ਅਸ਼ਵਨੀ ਸ਼ਰਮਾ ਤੇ ਚਲਾਨ ਟੋਲ ਪਲਾਜ਼ਾ ਜਿਹੜਾ ਜਲੰਧਰ ਪਠਾਨਕੋਟ ਰੋਡ ਦੇ ਵਿੱਚ ਵਿਚਾਲੇ ਜੇ ਟਾਂਡੇ ਲਾਗੇ, ਭੋਗਪੁਰ ਤੋਂ ਅੱਗੇ ਟਾਂਡੇ ਦੇ ਉਰਲੇ ਬੰਨੇ ਉਹ ਕਿਹਾ ਇਹ ਜਾਂਦਾ, ਕਈ ਜਿਹੜੀਆਂ ਧਿਰਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਵੀ ਉੱਥੇ ਗੱਡੀ ਨਹੀਂ ਭੰਨੀ ਗਈ। ਗੱਡੀ ਉਹਨਾਂ ਦੀ ਥਾਣੇ ਲਿਜਾ ਕੇ ਭੰਨੀ ਉਹਨਾਂ ਨੇ ਆਪ ਹੀ, ਤਾਂ ਕਿ ਦਰਸਾਇਆ ਜਾ ਸਕੇ ਕਿ ਉੱਥੇ ਇੰਨਾ ਨੁਕਸਾਨ ਹੋਇਆ ਤੇ ਜਾਨ ਬਚਾ ਕੇ ਆਏ ਨੇ। ਉੱਥੇ ਤੂੰ ਮੈਂ ਹੋਈ, ਮਾੜਾ ਮੋਟਾ ਰੌਲਾ ਰੱਪਾ ਪਿਆ ਔਰ ਉਸ ਮਗਰੋਂ ਗੱਲ ਖਤਮ ਹੋ ਗਈ। ਉਸ ਤੋਂ ਅਗਲੇ ਦਿਨ ਡਿਪਟੀ ਕਮਿਸ਼ਨਰ ਨੂੰ ਆਪਣੇ ਉਹ ਮੰਗ ਪੱਤਰ ਦਿੱਤੇ ਗਏ, ਰੋਸ ਪ੍ਰਗਟਾਇਆ ਗਿਆ, ਪੂਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਗਏ। ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਕੱਲ੍ਹ ਨੂੰ ਕੋਈ ਵੱਡੀ ਗੱਲ ਨਹੀਂ ਕਿ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਿਸ਼ ਕਰਦੇ। ਠੀਕ ਹੈ ਬਈ, ਹਾਲਾਤ ਹੀ ਉਹੋ ਜਿਹਾ ਪੈਦਾ ਕਰਦੇ ਨੇ। ਔਰ ਇੱਕ ਚੁਣੀ ਹੋਈ ਆਪਣੇ ਦੇਸ਼ ਵਿੱਚ ਉਦਾਹਰਨਾਂ ਨੇ, ਸਾਊਥ ਵਾਲੀਆਂ ਸਰਕਾਰਾਂ ਕਿਵੇਂ ਦਿੱਲੀ ਹੁਕੂਮਤ ਜਿਹੜੀ ਆ ਮੈਜੋਰਟੀ ਹੋਣ ਦੇ ਬਾਵਜੂਦ ਜਿਹੜੀ ਆ ਉਹ ਵਿਧਾਨ ਸਭਾ ਭੰਗ ਹੁੰਦੀਆਂ ਰਹੀਆਂ। ਤੇ ਜੇ ਪੰਜਾਬ 'ਚ ਕੱਲ੍ਹ ਨੂੰ ਇਹੋ ਜਿਹੀ ਕੋਈ ਗੱਲ ਹੁੰਦੀ ਆ, ਕਨਸੋ ਜਿਹੜੀ ਆ ਉਹ ਸੱਚ 'ਚ ਵੀ ਬਦਲ ਸਕਦੀ ਆ। ਇਸ ਕਨਸੋ ਦੇ ਵਿੱਚ ਜਿਹੜੀ ਹੈਗੀ ਆ ਤੱਥ ਇਹ ਹੈ ਕਿ ਕੇਂਦਰੀ ਹੁਕੂਮਤ ਸਾਡਾ ਇਹ ਵਿਰੋਧ ਦੱਬਣ ਲਈ ਇਸ ਹੱਦ ਤੱਕ ਵੀ ਜਾ ਸਕਦੀ ਆ, ਕੋਈ ਵੱਡੀ ਗੱਲ ਨਹੀਂ। ਇਹ ਗੱਲ ਐਕਚੁਅਲੀ ਜਾਖੜ ਸਾਹਿਬ ਔਰ ਕੈਪਟਨ ਸਾਹਿਬ ਦੋਹਾਂ ਨੇ ਕੱਲ ਕਹੀ ਆ। ਹਾਂਜੀ। ਹੁਣ ਇਹ ਤੋਂ ਬਾਅਦ ਜਾਖੜ ਸਾਹਿਬ ਨੇ ਇੱਕ ਹੋਰ ਗੱਲ ਜਿਹੜੀ ਵੱਡੀ ਕਹੀ ਕੱਲ ਜੀ, ਉਹ ਇਹ ਕਹੀ ਹੈ ਵੀ ਜਿਹੜਾ 1984 ਤੋਂ ਬਾਅਦ ਦਾ ਇੱਕ ਕਾਲਾ ਦੌਰ ਪੰਜਾਬ ਦੇ ਵਿੱਚ ਸੀਗਾ ਜੀ, ਉਹ ਤੋਂ ਬਾਅਦ ਇੰਨੀ ਵੱਡੀ ਘਟਨਾ ਪੰਜਾਬ ਦੇ ਖਿੱਤੇ ਦੇ ਵਿੱਚ ਨਹੀਂ ਹੋਈ ਜੋ ਇਹੋ ਕਾਲੇ ਕਾਨੂੰਨ ਲਾਗੂ ਕਰਕੇ ਕੇਂਦਰ ਸਰਕਾਰ ਕਰਨਾ ਚਾਹ ਰਹੀ। ਦੇਖੋ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਜੇ ਉਹ ਅਜਿਹਾ ਕਹਿੰਦੇ ਨੇ ਜਾਖੜ ਸਾਹਿਬ ਜਾਂ ਕੈਪਟਨ ਸਾਹਿਬ, ਭਈ ਪੰਜਾਬ ਦੇ ਵਿੱਚ ਬਹੁਤ ਕੁਝ ਹੋਇਆ ਜੀ। ਹਜ਼ਾਰਾਂ ਲੋਕ ਜਿਹੜੇ ਆ ਉਹ ਮਾਰੇ ਗਏ, ਨੌਜਵਾਨ ਵਰਗ ਜਿਹੜਾ ਆ, ਇੱਕ ਪੀੜ੍ਹੀ ਖਤਮ ਹੋ ਗਈ ਜੀ। ਬਾਰਡਰ ਜਿਹੜਾ ਸਰਹੱਦੀ ਏਰੀਆ ਪੰਜਾਬ ਦਾ, ਖਾਸ ਕਰਕੇ ਫਿਰੋਜ਼ਪੁਰ, ਜਿਹੜੇ ਤਿੰਨੇ ਜ਼ਿਲ੍ਹੇ ਨੇ, ਅੰਮ੍ਰਿਤਸਰ, ਫਿਰੋਜ਼ਪੁਰ ਹੋ ਗਿਆ, ਹੁਣ ਤਰਨਤਾਰਨ ਜ਼ਿਲ੍ਹਾ ਕੱਟ ਕੇ ਬਣਾਤਾ ਗਿਆ ਅੰਮ੍ਰਿਤਸਰ ਨੂੰ, ਉਧਰ ਗੁਰਦਾਸਪੁਰ, ਲੰਮੀ ਸਰਹੱਦ ਲੱਗਦੀ ਆ ਪਾਕਿਸਤਾਨ ਦੇ ਨਾਲ। ਉਹਨਾਂ ਜ਼ਿਲ੍ਹਿਆਂ ਦੇ ਵਿੱਚ ਤੇਜਪਾਲ ਜੀ ਕਈ ਵਰੇ ਬਰਾਤਾਂ ਨਹੀਂ ਛੜੀਆਂ, ਪਿੰਡਾਂ ਦੇ ਪਿੰਡ ਖਾਲੀ ਹੋ ਗਏ, ਨੌਜਵਾਨ ਜਿਹੜੇ ਇਸ ਅੱਤਵਾਦ ਦੀ ਭੇਟ ਚੜ ਗਏ। ਪੰਜਾਬ ਅੱਜ ਵੀ ਜਿਹੜਾ ਆ ਉਹ ਇਹੋ ਇੰਨੇ ਕਰਜ਼ੇ ਦੀ ਮਾਰ ਹੇਠ ਆ ਕਿ ਸਾਡੇ ਤੁਹਾਡੇ ਤੇ ਸਾਰਿਆਂ ਦੇ ਹਿੱਸੇ ਉਹ ਕਰਜ਼ਾ ਆਉਂਦਾ, ਸਾਡੇ ਸਿਰ ਕਰਜ਼ਾ ਆ ਜਿਹੜਾ ਕੇਂਦਰ ਦਾ ਅੱਜ ਤੱਕ ਲਾ ਰਿਹਾ, ਉਹਦਾ ਵਿਆਜ ਹੀ ਨਹੀਂ ਮਤਲਬ ਦਿੱਤਾ ਜਾ ਰਿਹਾ ਹਾਲੇ ਤੱਕ। ਸੋ ਇਹੋ ਜਿਹੇ ਦੌਰ ਦੇ ਵਿੱਚੋਂ ਵੀ ਨਿਕਲ ਗਏ। 90 ਤੋਂ ਬਾਅਦ ਹੁਣ 30 ਸਾਲੀ ਜਿਹੜਾ ਅੱਜ ਦੌਰ ਚੱਲ ਰਿਹਾ, ਇਹ ਉਹਦੇ ਤੋਂ ਵੀ ਖਤਰਨਾਕ ਆ। ਇਹ ਤਾਂ ਸਾਡੀ ਰੋਟੀ ਰੋਜ਼ੀ ਖੋਈ ਜਾ ਰਹੀ ਹੈ ਜੀ। ਠੀਕ ਹੈ, ਸਾਡੇ ਕੋਲ ਜੇ 4 ਖੱਤੇ ਹੈਗੇ, 4 ਸਿਆੜ ਨੇ, ਜਿੱਥੋਂ ਪੈਦਾਵਾਰ ਕਰਕੇ ਇਕੱਲਾ ਆਪਣਾ ਢਿੱਡ ਨਹੀਂ ਭਰਦੇ, ਦੇਸ਼ ਦਾ ਢਿੱਡ ਭਰਿਆ ਜਾ ਰਿਹਾ। ਤੇ ਉਹਦੇ ਤੇ ਵੀ ਹੁਣ ਕਾਰਪੋਰੇਟ ਦੀਆਂ ਗਿਰਜਾਂ ਜਿਹੜੀਆਂ ਆ ਉਹ ਆਪਣੇ ਪੰਜਿਆਂ 'ਚ ਲੈਣ ਨੂੰ ਤਿਆਰ ਨੇ ਜੀ। ਇਹਦੇ ਨਾਲ ਜਿਹੜੀ ਕਿਸਾਨ ਜਥੇਬੰਦੀ ਹੈਗੀ ਉਗਰਾਹਾਂ ਜੀ, ਉਹਨਾਂ ਨੇ ਕਿਹਾ ਸੀ ਅਸੀਂ ਵਿਧਾਨ ਸਭਾ ਘੇਰਾਂਗੇ ਜਦੋਂ ਇਹ ਬਿੱਲ ਪੇਸ਼ ਹੋਊਗਾ, ਔਰ ਜਦੋਂ ਤੱਕ ਬਿੱਲ ਪਾਸ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਘੇਰਾਂਗੇ। ਤੇ ਉਸ ਤੋਂ ਬਾਅਦ ਜਿਹੜੀ ਦੂਜੀ ਵੱਡੀ ਗੱਲ ਹੈਗੀ ਆ ਉਹ ਹੈ ਕਿ ਕੀ ਮਾਨਯੋਗ ਰਾਜਪਾਲ ਇਹ ਤੇ ਸਾਈਨ ਕਰਨਗੇ। ਤੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਜੇ ਉਹ ਸਾਈਨ ਨਹੀਂ ਕਰਨਗੇ ਤੇ ਅਸੀਂ ਉਹਨਾਂ ਦਾ ਘਰ ਘੇਰਾਂਗੇ। ਹਾਂ, ਉਹ ਤਾਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਜਿੱਦਣ ਕੇਂਦਰ ਦੇ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਕਿਸਾਨਾਂ ਨਾਲ ਸੱਦ ਕੇ ਉੱਥੇ, ਤਾਂ ਚੰਗੀ ਤਰ੍ਹਾਂ ਉਹਨਾਂ ਨਾਲ ਵਿਵਹਾਰ ਵੀ ਨਹੀਂ ਕੀਤਾ ਗਿਆ। ਉੱਥੇ ਉਹਨਾਂ ਨੇ ਜਿੰਦਾਬਾਦ ਮੁਰਦਾਬਾਦ ਕੀਤੀ ਕ੍ਰਿਸ਼ੀ ਭਵਨ ਦੇ ਬਾਹਰ ਹੀ, ਔਰ ਕਾਨੂੰਨ ਦੀਆਂ ਕਾਪੀਆਂ ਸਾੜੀਆਂ, ਕੇਂਦਰੀ ਖੇਤੀਬਾੜੀ ਕਾਨੂੰਨ ਦੀਆਂ। ਉਹ ਉਸੇ ਦਿਨ ਹੀ ਉਹਨਾਂ ਨੇ ਫੈਸਲਾ ਕਰ ਲਿਆ ਸੀ ਵੀ ਹੁਣ ਪੰਜਾਬ ਸਰਕਾਰ ਨਾਲ ਆਡਾ ਨਹੀਂ, ਹੁਣ ਕੇਂਦਰੀ ਹੁਕੂਮਤ ਨਾਲ ਆਡਾ। ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਸੀ, ਰਾਜਪਾਲ ਸਾਹਿਬ ਨੂੰ, ਬੀਪੀ ਸਿੰਘ ਬਦਨੌਰ ਹੋਰਾਂ ਨੂੰ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਭਈ ਜੇ ਪੰਜਾਬ ਵਿਧਾਨ ਸਭਾ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ
ਬਿੱਲ ਪਾਸ ਕਰ ਦਿੰਦੀ ਆ ਤੇ ਉਹਦੇ ਤੇ ਤੁਸੀਂ ਦਸਤਖਤ ਕਰਨੋਂ ਨਾ ਨੁਕਰ ਕੀਤੀ, ਆਨਾਕਾਨੀ ਕੀਤੀ ਤਾਂ ਫਿਰ ਤੁਹਾਡਾ ਘਿਰਾਓ ਕੀਤਾ ਜਾਵੇਗਾ ਜੀ। ਸੋ ਫਿਰ ਤਾਂ ਦੇਖੋ, ਜੇ ਪੰਜਾਬ ਦੀ ਹਕੂਮਤ ਜਿਹੜੀ ਆ ਸਮੁੱਚੀਆਂ ਵਿਰੋਧੀ ਧਿਰਾਂ ਰਲ ਕੇ ਕੋਈ ਮਤਾ ਪਾਸ ਕਰਦੀਆਂ ਤੇ ਰਾਜਪਾਲ ਜਿਹੜੇ ਆ ਉਹ ਨੋਮੀਨਲ ਹੈਡ ਨੇ ਸੂਬੇ ਦੇ, ਤਾਂ ਉਹਨਾਂ ਨੂੰ ਦਿੱਕਤ ਤਾਂ ਕੋਈ ਨਹੀਂ ਹੋਣੀ ਚਾਹੀਦੀ। ਪਰ ਕਿਉਂਕਿ ਰਾਜਪਾਲ ਸਦਾ ਕੇਂਦਰੀ ਹਕੂਮਤਾਂ ਹੀ ਠੋਸਦੀਆਂ ਸੂਬਿਆਂ ਦੇ ਉੱਤੇ, ਠੀਕ ਹੈ, ਤਾਂ ਕਿ ਆਪਣਾ ਪੰਜਾਬ ਮਜ਼ਬੂਤ ਕਰਨ ਦੇ ਲਈ ਦਿੱਲੀ ਦੀ ਹਕੂਮਤ ਨਾਲ ਕੀ ਹੋਇਆ, ਰਾਜਪਾਲ ਸਾਹਿਬ ਨੇ ਕੀ ਕਰਦੇ ਰਹੇ ਨੇ, ਸਾਡੇ ਸਾਰਿਆਂ ਦੇ ਸਾਹਮਣੇ ਆ, ਠੀਕ ਹੈ। ਸੋ ਹਕੂਮਤ ਕਿਸੇ ਪਾਸੇ ਨੂੰ ਤੁਰਦੀ ਸੀ ਤੇ ਰਾਜਪਾਲ ਸਾਹਿਬ ਕਿਸੇ ਪਾਸੇ ਨੂੰ, ਫਿਰ ਉਹ ਵਿਰੋਧ ਕਈ ਕੁਛ ਹੋਇਆ, ਠੀਕ ਹੈ, ਉਹਨਾਂ ਗੱਲਾਂ ਦਾ ਜ਼ਿਕਰ ਕਰਨ ਦੀ ਲੋੜ ਨਹੀਂ। ਪਰ ਮੇਰੀ ਚਾਚੇ ਜੇ ਰਾਜਪਾਲ ਸਾਹਿਬ, ਕਿਉਂਕਿ ਇਹ ਗੱਦੀਆਂ ਜਿਹੜੀਆਂ ਆ, ਕਹਿੰਦੇ ਹੁੰਦੇ ਨੇ ਭਈ ਇੱਕ ਸ਼ੇਰ ਆ ਭਈ, ਤੁझसे पहले जो शख्स जहां तख्त नशीं था उसे भी खुद के खुदा होने का उतना ही यकीन था। सो ਇਹ ਗੱਦੀਆਂ ਜਿਹੜੀਆਂ ਸਦਾ ਨਹੀਂ ਰਹਿਣੀਆਂ ਹੁੰਦੀਆਂ। ਲੋਕਾਂ ਦੇ ਦਿਲਾਂ 'ਚ ਘਰ ਬਣਾਉਣਾ ਹੋਵੇ, ਸਦਾ ਲਈ ਵਾਸ ਕਰਨਾ ਹੋਵੇ ਤਾਂ ਲੋਕ ਹਿੱਤਾਂ ਦੀ ਗੱਲ ਕਰਨੀ ਪੈਂਦੀ ਹੈ, ਠੀਕ ਹੈ। ਸੋ ਮੈਂ ਆਸ ਕਰਦਾ ਵੀ ਜੇ ਪੰਜਾਬ ਵਿਧਾਨ ਸਭਾ ਉਹ ਸਰਬਸੰਮਤੀ ਦੇ ਨਾਲ ਬਿੱਲ ਪਾਸ ਕਰ ਦਿੰਦੀ ਆ, ਸਾਰੀਆਂ ਤਰ੍ਹਾਂ ਇਕਜੁੱਟ ਹੋ ਕੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ, ਤਾਂ ਮਾਨਯੋਗ ਰਾਜਪਾਲ ਪੰਜਾਬ ਪੀਪੀ ਸਿੰਘ ਬਦਨੌਰ ਹੋਰਾਂ ਨੂੰ ਉਹਨਾਂ ਤੇ ਦਸਤਖਤ ਕਰ ਦੇਣੇ ਚਾਹੀਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ, ਉਹ ਪਹਿਲਾਂ ਤੇ ਉਦੋਂ ਫਾਜ਼ਿਲਕਾ 'ਚ ਘਿਰ ਗਏ, ਹਾਂਜੀ, ਉਦੋਂ ਤੇ ਆ ਗਏ, ਹਾਂਜੀ। ਕੱਲ ਕਹਿੰਦੇ ਖਡੂਰ ਸਾਹਿਬ ਫਿਰ ਉਹਨਾਂ ਨੂੰ ਘੇਰ ਲਿਆ ਤੇ ਉਹਨੇ ਸੜਕ ਤੇ ਪਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਤੇਜਪਾਲ ਜੀ ਕਹਿੰਦੇ ਹੁੰਦੇ ਆ ਭਈ we must read what's written on the wall, ਵੀ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਸੋ ਅੱਜ ਅਜੋਕੇ ਸਮੇਂ 'ਚ, ਇਸ ਦੌਰ 'ਚ ਜਿਹੜੇ ਦਿਨ ਲੰਘ ਰਹੇ ਨੇ, ਘੜੀਆਂ ਲੰਘ ਰਹੀਆਂ ਨੇ, ਉਹਨਾਂ 'ਚ ਕੰਧ ਤੇ ਕੀ ਲਿਖਿਆ ਹੋਇਆ ਭਈ ਸਮੁੱਚਾ ਪੰਜਾਬ, ਸਾਰੀਆਂ ਧਿਰਾਂ ਵਿੱਚੇ ਵਪਾਰੀ ਵਰਗ, ਮਜ਼ਦੂਰ, ਮਿਹਨਤਕਸ਼, ਸ਼ਹਿਰੀ ਵਰਗ, ਪੇਂਡੂ ਵਰਗ, ਉਹ ਸਾਰਾ ਇਕਜੁੱਟ ਹੋਇਆ ਪਿਆ, ਕਿਸਾਨਾਂ ਦੇ ਨਾਲ ਯਕਜਹਿਤੀ ਦਾ ਪ੍ਰਗਟਾਵਾ ਕਰ ਰਿਹਾ। ਉਹਨਾਂ ਨੇ, ਮੈਂ ਪਿੱਛੇ ਇੱਕ ਵੀਰ ਸਿੰਘ ਨੌਜਵਾਨ ਗਾਇਕ ਹੈ, ਉਹ ਇਕੱਲਾ ਗਾਇਕ ਹੀ ਨਹੀਂ, ਉਹ ਰਬੀ ਸ਼ੇਰਗਿੱਲ ਹੋਰਾਂ ਵਾਂਗੂ ਉਹ ਬੁੱਧੀਜੀਵੀ ਵੀ ਹੈ, ਔਰ ਉਹਨੇ ਕਿਹਾ ਵੀ ਸਾਡੇ ਮਨਾਂ 'ਚ ਇਹ ਗੱਲ ਵਸਾ ਦਿੱਤੀ ਗਈ ਵੀ ਜੇ ਮੈਂ ਦੇਸ਼ ਦੇ ਦੂਸਰੇ ਹਿੱਸਿਆਂ 'ਚ ਜਾਂਦਾ ਤੇ ਮੈਂ ਪੱਗ ਬੰਨੀ ਹੋਈ ਆ, ਦਾੜੀ ਮੇਰੀ ਖੁੱਲੀ ਆ, ਤਾਂ ਮੈਨੂੰ ਹੋਰ ਨਿਗਾਹ ਨਾਲ ਦੇਖਿਆ ਜਾਂਦਾ। ਕਹਿੰਦਾ ਅਸੀਂ ਇੱਕ ਨਿਗਾਹ ਨਾਲ ਸਾਰਿਆਂ ਨੂੰ ਕਿਵੇਂ ਦੇਖਣਾ, ਕਿਵੇਂ ਮਾਨਸ ਕੀ ਜਾਤ ਸਭੇ ਇੱਕੋ ਹੀ ਪਹਿਚਾਨ, ਉਹ ਜੋ ਦਸਮ ਪਾਤਸ਼ਾਹ ਨੇ ਕਿਹਾ, ਉਹ ਕਿਵੇਂ ਦੇਖਣਾ ਵੀ ਅਸੀਂ ਟੋਪੀ ਵਾਲੇ ਨੂੰ ਹੋਰ ਤਰ੍ਹਾਂ ਦੇਖਦੇ ਹਾਂ, ਬੋਦੀ ਵਾਲੇ ਨੂੰ ਹੋਰ ਤਰ੍ਹਾਂ ਦੇਖਦੇ ਹਾਂ, ਸਰਦਾਰ ਨੂੰ ਹੋਰ ਤਰ੍ਹਾਂ ਦੇਖਦੇ ਹਾਂ, ਮੁੱਲਾ ਨੂੰ ਹੋਰ ਤਰ੍ਹਾਂ ਦੇਖਦੇ ਹਾਂ। ਉਹ ਕਹਿੰਦਾ ਸਾਨੂੰ ਇੱਕ ਨਜ਼ਰ ਨਾਲ ਅਸੀਂ ਮਨੁੱਖ ਨੂੰ ਮਨੁੱਖ ਕਦੋਂ ਸਮਝਣ ਲੱਗਾਂਗੇ, ਫਿਰ ਸਾਨੂੰ ਇਹ ਸਾਰੀ ਸੋਝੀ ਆਉਣੀ ਆ ਵੀ ਕਿਵੇਂ ਮੀਡੀਆ ਤੇ ਕਿਵੇਂ ਹਕੂਮਤਾਂ ਸਾਡੇ ਮਨਾਂ 'ਚ ਵਖਰੇਵੇਂ ਖੜੇ ਕਰਦੀਆਂ, ਵਖਰੇਵਿਆਂ ਦੀਆਂ ਕੰਧਾਂ ਖੜੀਆਂ ਕਰਦੀਆਂ ਨੇ। ਸੋ ਇਹ ਜਿਹੜੀ ਗੱਲ ਹੈ ਨਾ ਭਈ, ਜਿਹੜਾ ਵਿਜੇ ਸਾਂਪਲਾ ਜੀ ਆ, ਉਹਨਾਂ ਨੂੰ ਵੀ ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ, ਭਾਜਪਾ ਆਗੂਆਂ ਨੂੰ ਵੀ ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ। ਉਹਨਾਂ ਨੂੰ ਇਸ ਵੇਲੇ ਕਿਸਾਨਾਂ ਦੀ ਧਿਰ ਬਣਨਾ ਚਾਹੀਦਾ, ਉਹਨਾਂ ਦੀ ਬਾਂਹ ਫੜਨੀ ਚਾਹੀਦੀ, ਕਿਉਂਕਿ ਕੇਂਦਰ ਵਿੱਚ ਉਹਨਾਂ ਦੀ ਹਕੂਮਤ ਆ, ਬਲਕਿ ਉਹਨਾਂ ਨੂੰ ਕੇਂਦਰ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਪੰਜਾਬ ਦੇ ਆਗੂਆਂ ਨੂੰ। ਜਿਵੇਂ ਇੱਕ ਮੈਂ ਨਾਮ ਭੁੱਲ ਰਿਹਾ, ਉਹਨਾਂ ਦੇ ਆਗੂ ਨੇ ਅਸਤੀਫਾ ਵੀ ਦਿੱਤਾ ਜੀ, ਮਾਲਵਿੰਦਰ ਸਿੰਘ ਹੋਰੀ ਜਨਰਲ ਸੈਕਟਰੀ ਨੇ, ਤੇ ਉਹਨਾਂ ਵੱਲੋਂ ਦੂਸਰਿਆਂ ਨੂੰ ਵੀ ਉਹਨਾਂ ਤੋਂ ਸਬਕ ਸਿੱਖਣਾ ਚਾਹੀਦਾ। ਪਹਿਲਾਂ ਕੀ ਹੋਇਆ ਭਈ, ਇਹਨਾਂ ਨੂੰ ਹੁਸ਼ਿਆਰਪੁਰ ਘੇਰਿਆ, ਉਧਰ ਜਿਹੜਾ ਦਲਿਤ ਨੌਜਵਾਨ ਆ ਜਿਹਨੂੰ ਪਿਸ਼ਾਬ ਪਿਆਇਆ ਗਿਆ, ਉੱਚ ਜਾਤੀ ਦੇ ਲੜਕਿਆਂ ਵੱਲੋਂ ਕੁੱਟਿਆ ਮਾਰਿਆ ਗਿਆ ਮਹਾਬਦਰ ਪਿੰਡ, ਤੇ ਇਹਨਾਂ ਨੂੰ ਫਾਜ਼ਿਲਕਾ ਅਬੋਹਰ ਰੋਡ ਦੇ ਉੱਤੇ ਮਹਾਬਦਰ ਪਿੰਡ ਦੇ ਵਿੱਚ ਘੇਰਿਆ, ਠੀਕ ਹੈ, ਕਿਸਾਨਾਂ ਨੇ। ਹੁਣ ਖਡੂਰ ਸਾਹਿਬ ਘੇਰ ਲਿਆ, ਠੀਕ ਹੈ, ਵਿਰੋਧ ਕੀਤਾ ਇਹਨਾਂ ਦਾ ਪੂਰਾ। ਇਹਨਾਂ ਨੂੰ ਕਹਿੰਦੇ ਦੱਸੋ ਵੀ ਕਿਵੇਂ ਮਤਲਬ ਪੰਜਾਬ ਦੇ ਹਿੱਤਾਂ 'ਚ ਨੇ ਜਾਂ ਸਮੁੱਚੀ ਕਿਸਾਨੀ ਦੇ ਦੇਸ਼ ਦੀ ਦੇ ਹਿੱਤਾਂ 'ਚ ਨੇ। ਉਧਰੋਂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਸੋਮ ਪ੍ਰਕਾਸ਼ ਜੀ ਹੋਰੀ, ਉਹਨਾਂ ਨੂੰ ਹੁਸ਼ਿਆਰਪੁਰ ਘੇਰਿਆ, ਉਹਨਾਂ ਨੂੰ ਹੋਰ ਥਾਵਾਂ ਤੇ ਉਹਨਾਂ ਦਾ ਵਿਰੋਧ ਹੋਇਆ। ਹੁਣ ਸੋਮ ਪ੍ਰਕਾਸ਼ ਹੋਰੀ ਜਾਣਾ ਸੀ ਗੁਰਦਾਸਪੁਰ ਜੀ, ਜਿਵੇਂ ਲੋਕਾਂ ਨੂੰ ਸਮਝਾਉਂਦੇ ਫਿਰਦੇ ਨੇ ਭਾਜਪਾਈ, ਤੇ ਉੱਥੇ ਕਿਸਾਨਾਂ ਨੇ ਇਕੱਠ ਕਰ ਲਿਆ, ਜਿੱਥੇ ਭਾਜਪਾਈਆਂ ਨੇ ਇਕੱਠੇ ਹੋਣਾ ਸੀ, ਤਾਂ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੁੱਤਾ ਸਾਰਨਾ ਪਿਆ ਕੱਲ। ਸੋ ਜੇ ਅਜੇ ਵੀ ਭਾਜਪਾ ਆਗੂ ਉੱਥੇ ਹੀ ਖੜੇ ਨੇ, ਆਪਾਂ ਕਿਸੇ ਦੀ ਤਰਫਦਾਰੀ ਨਹੀਂ ਕਰ ਰਹੇ,
ਪਰ ਭਾਜਪਾ ਆਗੂ ਪੰਜਾਬ ਦੇ ਜੰਮੇ ਪਲੇ ਨੇ ਜੀ, ਉਹਨਾਂ ਨੂੰ ਸਾਡੇ ਸਾਰਿਆਂ ਦੇ ਹਿੱਤ ਦੇਖਣੇ ਚਾਹੀਦੇ ਨੇ। ਇਕੱਲਾ ਇਸ ਕਰਕੇ ਨਹੀਂ ਵੀ ਉਹਨਾਂ ਕੋਲ ਗੱਦੀਆਂ ਨੇ ਤੇ ਹੁਣ ਪੰਜਾਬ ਦੀ ਕਿਸਾਨੀ ਨੂੰ ਭੁੱਲ ਜਾਈਏ, ਪੰਜਾਬ ਦੇ ਮਜ਼ਦੂਰਾਂ ਨੂੰ ਭੁੱਲ ਜਾਈਏ। ਜੀ ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋ US Immigration and Politics with Attorney at Law ਜਸਪ੍ਰੀਤ ਸਿੰਘ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰਿਆਂ ਦਾ ਸਵਾਗਤ ਹੈ ਜੀ। ਸਰਦਾਰ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ ਤੇ ਵੱਧਦੇ ਹਾਂ ਅਗਲੀ ਖਬਰ ਵੱਲ। ਸੱਤੀ ਸਾਹਿਬ 328 ਸਵਰੂਪ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੀ ਉਹ ਗੁੰਮ ਹੋ ਗਏ ਸੀ ਜੀ, ਇਹ ਕਹਿੰਦੇ ਆ ਗੁੰਮ ਹੋ ਗਏ ਸੀ, ਜੋ ਵੀ ਆ ਉਹਦੇ 'ਚ ਕੋਈ ਅਪਡੇਟ ਹੈ ਤੁਹਾਡੇ? ਇੱਕ ਤਾਂ ਇਹ ਆ ਤੇਜਪਾਲ ਜੀ ਵੀ ਮਹੀਨਾ ਹੋ ਗਿਆ ਬਿਲਕੁਲ ਸਿੱਖ ਜਥੇਬੰਦੀਆਂ ਇਸ ਗੱਲ ਦੀ ਮੰਗ ਤੇ ਅੜੀਆਂ ਹੋਈਆਂ ਨੇ, ਉੱਥੇ ਧਰਨਾ ਲਾਇਆ ਹੋਇਆ ਦਰਬਾਰ ਸਾਹਿਬ ਕੰਪਲੈਕਸ ਵਿੱਚ। ਕਈ ਇਹ ਜਿਹੜੀ ਜਾਂਚ ਆ ਇਹਦੀ ਇੱਕ ਪੁਲਿਸ ਰਿਪੋਰਟ ਹੋਣੀ ਚਾਹੀਦੀ ਆ ਤੇ ਉੱਚ ਪੱਧਰੀ ਜਾਂਚ ਹੋਵੇ, ਪੁਲਿਸ ਕਰੇ। ਬਿਲਕੁਲ ਸ਼੍ਰੋਮਣੀ ਕਮੇਟੀ ਪਹਿਲਾਂ ਤਾਂ ਇਹ ਕਹਿੰਦੀ ਸੀ ਭਈ ਸਭ ਤੋਂ ਪਹਿਲਾਂ ਅੰਤਰਿੰਗ ਕਮੇਟੀ ਕਹਿੰਦੇ ਜਾਂਚ ਕਰੂਗੀ ਜੀ, ਫਿਰ ਵਿਰੋਧ ਦੇਖਦਿਆਂ ਕਹਿੰਦੇ ਪੁਲਿਸ ਜਾਂਚ ਕਰੂਗੀ। ਉਸ ਪਿੱਛੋਂ ਫੇਰ ਇਸ ਗੱਲ ਤੇ ਆ ਗਿਆ ਪ੍ਰਧਾਨ ਜੀ ਸਰਦਾਰ ਗੋਬਿੰਦ ਸਿੰਘ ਲੌਂਗੋਵਾਲਾ ਹੋਰੀ ਤੇ ਨਹੀਂ ਜੀ ਅੰਤਰਿੰਗ ਕਮੇਟੀ ਹੀ ਦੇਖੂਗੀ, ਜਿਹਦੇ ਇੱਕ ਮੈਂਬਰ ਜਿਹੜੇ ਜਨਰਲ ਸਕੱਤਰ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਵੀ ਨੇ। ਠੀਕ ਹੈ, ਉਸ ਪਿੱਛੋਂ ਕੀ ਹੋਇਆ ਤੇ ਫਿਰ ਜਾਂਚ ਚੱਲੀ ਜੀ, ਅੰਤਰਿੰਗ ਕਮੇਟੀ ਨੇ ਜਾਂਚ ਕਰਦੀ ਹੈ। ਫਿਰ ਉਹ ਪਹਿਲਾਂ ਥੋੜੇ ਜਿਹਾ ਮਤਲਬ ਮੋਟਾ ਨਸ਼ਰ ਕਰਦੇ ਆ ਮੀਡੀਆ ਨੂੰ, ਫਿਰ ਉਹ 1100 ਸਫ਼ਿਆਂ ਦੀ ਇੱਕ ਰਿਪੋਰਟ ਜਿਹੜੀ ਹੈ ਉਹ ਆਪਣੇ ਨੈਟ ਤੇ ਚਾੜਦੀ ਆ SGPC। ਹੁਣ ਜਿਹੜੀਆਂ ਬੁੱਧੀਜੀਵੀ ਧਿਰਾਂ ਨੇ ਸਿੱਖ ਜਥੇਬੰਦੀਆਂ ਆ ਉਸ ਜਾਂਚ ਰਿਪੋਰਟ ਦਾ ਵਿਰੋਧ ਸ਼ੁਰੂ ਹੋ ਗਿਆ। ਉਹ ਕੀ ਕਹਿੰਦੇ ਆ ਵੀ 1100 ਸਫ਼ਿਆਂ ਦੀ ਰਿਪੋਰਟ ਆ ਤੇ 52 ਸਰੂਪਾਂ ਦੇ ਗੁੰਮ ਹੋਣ ਦਾ ਉਹਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਕਰਦੇ। ਠੀਕ ਹੈ, ਜਿਹਦੇ ਬਾਰੇ ਵਿਸਥਾਰ ਦੇ ਨਾਲ ਜਿਹਦਾ ਜ਼ਿਕਰ ਹੋਣਾ ਚਾਹੀਦਾ ਜਿਹੜੀ ਗੱਲ ਦਾ, ਉਹ 1100 ਸਫ਼ਿਆਂ ਦੇ ਵਿੱਚ ਕਿਤੇ ਲੱਭਦਾ ਹੀ ਨਹੀਂ। ਦੂਸਰਾ, ਜਿਹੜੇ ਹਵਾਲਾ ਕਮੇਟੀ ਆ ਉਹਦੇ ਸਰਦਾਰ ਬਲਜਿੰਦਰ ਸਿੰਘ ਹੋਰੀ ਤੇ ਅਮਰ ਸੁਚਾਰ ਹੋਰੀ ਉਹ ਕਹਿੰਦੇ ਨੇ ਵੀ ਇਹ ਜਿਹੜੀ ਰਿਪੋਰਟ ਆ ਇਹ ਸਿਆਸਤ ਤੋਂ ਪ੍ਰੇਰਿਤ ਆ ਵੀ ਇਹਦੇ ਵਿੱਚ ਕਿਤੇ ਜ਼ਿਕਰ ਨਹੀਂ ਕਰਦੇ ਮਹਾਰਾਜ ਦੇ ਸਰੂਪਾਂ ਦਾ ਗੁੰਮ ਹੋਣ ਦਾ, ਔਰ ਗਲਤ ਲੋਕਾਂ ਨੂੰ ਫਸਾਇਆ ਜਾ ਰਿਹਾ। ਇਸੇ ਤਰ੍ਹਾਂ ਉਸ ਪਿੱਛੋਂ ਸਾਬਕਾ ਜਿਹੜੇ ਸਕੱਤਰ ਨੇ ਕੁਲਵੰਤ ਸਿੰਘ ਹੋਰੀ, ਉਹਨਾਂ ਦਾ ਇਹ ਕਹਿਣਾ ਆ ਭਈ ਦੇਖੋ ਜਿਹੜਾ ਹੈਗਾ ਜਿਹੜੇ ਸਾਬਕਾ ਮੁੱਖ ਸਕੱਤਰ ਸੀਗੇ ਮਰਹੂਮ ਹਰਚਰਨ ਸਿੰਘ ਹੋਰੀ, ਹੁਣ ਤਾਂ ਇਸ ਦੁਨੀਆ ਵਿੱਚ ਵੀ ਨਹੀਂ ਰਹੇ, ਔਰ ਉਹ ਵਿਦਵਾਨ ਸਿੱਖ ਸੀਗੇ ਔਰ ਬੜੇ ਧਰਮ ਕਰਮ ਦੇ ਕੰਮਾਂ ਨਾਲ ਜੁੜੇ ਹੋਏ ਸੀ। ਉਹਨਾਂ ਦਾ ਇੱਕ ਤਾਂ ਨਾਂ ਉਹਨਾਂ ਨੂੰ ਦੋਸ਼ੀ ਬਣਾਇਆ। ਦੂਸਰਾ, ਜਿਹੜੇ ਸਾਬਕਾ ਜਿਹੜੇ ਸਕੱਤਰ ਡਾਕਟਰ ਰੂਪ ਸਿੰਘ ਹੋਰੀ ਉਹਨਾਂ ਨੂੰ ਦੋਸ਼ੀ ਬਣਾਇਆ। ਉਹ ਕਹਿੰਦੇ ਵੀ ਕੁਝ ਲੋਕਾਂ ਨੂੰ ਬੇਲੋੜਾ ਜਿਹੜਾ ਆ ਉਹ ਫਸਾਇਆ ਜਾ ਰਿਹਾ ਹੈ ਇਹਦੇ ਵਿੱਚ ਤੇ ਕੁਝ ਲੋਕਾਂ ਨੂੰ ਖਾਮਖਾਹ ਦੋਸ਼ੀ ਬਣਾਇਆ ਜਾ ਰਿਹਾ। ਉਹ ਕਹਿੰਦੇ ਜਿਹੜੇ ਕੋਹਲੀ ਐਂਡ ਕੰਪਨੀ ਆ, ਕੋਹਲੀ ਐਂਡ ਐਸੋਸੀਏਟਸ ਜਿਹੜੇ ਇਹਨਾਂ ਦੇ CA ਵਗੈਰਾ ਸੀਗੇ, ਕਹਿੰਦੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਆ ਉਹ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਮਿੱਥਦੀ ਆ ਤੇ ਉਹਦੇ ਲਈ ਇਹ ਲੋਕ ਕਿਵੇਂ ਜ਼ਿੰਮੇਵਾਰ ਹੁੰਦੇ ਆ। ਠੀਕ ਹੈ, ਸੋ ਦੇਖਣ ਵਾਲੀ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਜਿਹਦੇ ਸੰਬੰਧੀ ਜਾਂਚ ਹੋਈ ਆ ਉਹ ਹੀ ਕਿਤੇ ਜ਼ਿਕਰ ਨਹੀਂ ਹੈਗਾ। ਸੋ ਹੁਣ ਹੌਲੀ ਉਸ ਜਾਂਚ ਰਿਪੋਰਟ ਜਿਹੜੀ ਆ ਉਹਦਾ ਬੁੱਧੀਜੀਵੀ ਵਰਗ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਸ਼੍ਰੋਮਣੀ ਕਮੇਟੀ ਹਾਲੇ ਕਿਸੇ ਗੱਲ ਤੇ ਨਹੀਂ ਆਈ। ਜੇ ਜਾਂਚ ਜਿਹੜੀ ਹੈ ਉਹ ਪੁਲਿਸ ਕਰਦੀ ਆ ਤੇ ਸ਼੍ਰੋਮਣੀ ਕਮੇਟੀ ਨੂੰ ਕੀ ਹਰਜ ਹੈ ਜੀ? ਅੱਗੇ ਕਿਹੜੇ ਮਸਲੇ ਨਹੀਂ ਇਹਨਾਂ ਦੇ ਪੁਲਿਸ ਕੋਲ ਜਾਂਦੇ, ਕੀ ਸਾਰੇ ਮਸਲੇ ਉੱਥੇ ਬੈਠ ਕੇ ਨਿਪਟਾਏ ਜਾਂਦੇ ਆ? ਸੋ ਇਹਨਾਂ ਨੂੰ ਮੈਨੂੰ ਏਦਾਂ ਲੱਗਦਾ ਵੀ ਜਾਂਚ ਵਿੱਚ ਜੋ ਹੁਣ ਇਹ ਤਰ੍ਹਾਂ ਕਹਿ ਰਹੀਆਂ ਨੇ ਬੁੱਧੀਜੀਵੀ ਸਿੱਖ ਜਥੇਬੰਦੀਆਂ ਨੇ, ਬੁੱਧੀਜੀਵੀ ਆ, ਉਹ ਕਹਿ ਰਹੇ ਆ ਵੀ ਜਾਂਚ ਜਿਹੜੀ ਆ ਉਹ ਬਿਲਕੁਲ ਇੱਕ ਪਾਸੜ ਜਾਂਚ ਆ। ਸੋ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਵੀ ਇਹਨਾਂ ਦੀਆਂ ਸ਼ੰਕਾਵਾਂ ਨੂੰ ਜਿਹੜਾ ਉਹ ਨਿਵਰਤ ਕਰੇ। ਠੀਕ ਹੈ ਜੀ। ਸਤੀ ਸਾਹਿਬ, ਦੂਜੀ ਜਿਹੜੀ ਗੱਲ ਹੈਗੀ ਆ, ਅੱਜ ਖਬਰ ਆਈ ਆ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਜੀ, ਉਹ ਕੀਰਤਨ ਜਿਹੜਾ ਆਪਣੇ ਦੂਸਰਾ ਨਗਰ ਕੀਰਤਨ ਹੁੰਦਾ ਜੀ, ਉਹਦੀ ਇਜਾਜ਼ਤ ਨਹੀਂ ਦੇ ਰਹੀ ਉਹ ਗਵਰਨਮੈਂਟ, ਕੀ ਗੱਲ ਹੈ?
ਆਪਾਂ ਪਹਿਲਾਂ ਤਾਂ ਇੱਕ ਉਹਦੇ ਥੋੜੇ ਪਿਛੋਕੜ 'ਚ ਚੱਲਦੇ ਹਾਂ ਵੀ IIT ਹੈਦਰਾਬਾਦ ਦੱਖਣ ਭਾਰਤ ਵਿੱਚ ਉਹਦੇ ਪ੍ਰੋਫੈਸਰ ਨੇ S ਵਿਦਿਆਸਾਗਰ ਜੀ। ਕੇਂਦਰ ਸਰਕਾਰ ਨੇ ਉਹਨਾਂ ਦੀ ਅਗਵਾਈ 'ਚ ਇੱਕ ਕਮੇਟੀ ਬਣਾਈ ਸੀ ਜਿਹੜੀ COVID-19 ਕਰੋਨਾ ਵਬਾ ਦੇ ਫੈਲਣ ਸੰਬੰਧੀ ਜਾਂ ਉਹਦੀ ਮੌਜੂਦਾ ਸਥਿਤੀ ਆ ਜਿਹੜੀ ਦੇਸ਼ ਵਿੱਚ ਉਹਦਾ ਲੇਖਾ ਜੋਖਾ ਕਰਨ ਲਈ। ਜੀ। ਲੇਖਾ ਜੋਖਾ ਕਾਹਦੇ ਲਈ ਕਰਨਾ ਸੀ ਵੀ ਹੁਣ ਆਉਣ ਵਾਲੇ ਸਮੇਂ 'ਚ ਸਾਨੂੰ ਲਾਕਡਾਊਨ ਦੀ ਲੋੜ ਹੈ ਜਾਂ ਨਹੀਂ ਹੈ। ਅੱਜ ਬਹੁਤੀ ਥਾਈਂ ਜਿਵੇਂ ਪੰਜਾਬ ਦੇ ਵਿੱਚ ਹੀ ਅੱਜ ਸਕੂਲ ਖੋਲ੍ਹ ਦਿੱਤੇ ਗਏ ਆ ਜੀ। ਭਾਵੇਂ ਉਹ ਵਿਦਿਆਰਥੀ ਜਿਹੜੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਆ ਉਹ ਸਕੂਲਾਂ 'ਚ ਜਾਣਗੇ, ਪਰ ਬਹੁਤ ਸਾਰੀਆਂ ਸੁਰੱਖਿਆ ਦੇ ਜਿਹੜੇ ਮਾਪਦੰਡ ਆ ਉਹ ਅਪਣਾ ਕੇ ਬੱਚੇ ਸਕੂਲੇ ਜਾਣਗੇ। ਮਾਪਿਆਂ ਦੀ ਪਹਿਲਾਂ ਤਾਂ ਮਰਜ਼ੀ ਹੋਏਗੀ ਲਿਖਤ, ਦੂਸਰਾ ਸਕੂਲਾਂ ਦੇ ਵਿੱਚ ਸੈਨੀਟਾਈਜੇਸ਼ਨ ਵਗੈਰਾ, ਬੱਚਿਆਂ ਦਾ ਇੱਕ ਦੂਜੇ ਤੋਂ ਦੂਰ ਬੈਠਣ ਦਾ, ਇਹ ਸਾਰੀ ਇਹਤਿਆਤ ਰੱਖੀ ਜਾਏਗੀ ਜੀ। ਤੇ ਇਸ ਵਿਦਿਆਧਰ ਹੋਰਾਂ ਵਾਲੀ ਜਿਹੜੀ ਕਮੇਟੀ ਆ ਉਹਨੇ ਇਹ ਸਿਫਾਰਸ਼ਾਂ ਕੀਤੀਆਂ ਨੇ ਤਾਜ਼ਾ ਹੀ ਵੀ ਹੁਣ ਆਉਣ ਵਾਲੇ ਸਮੇਂ 'ਚ COVID-19 ਦੇ ਤਹਿਤ ਲਾਕਡਾਊਨ ਦੀ ਲੋੜ ਨਹੀਂ। ਹਾਂ, ਉਹਨੇ ਇਹ ਜ਼ਰੂਰ ਕਿਹਾ ਵੀ ਸਰਦੀਆਂ ਦੇ ਕਾਰਨ ਇਹਦੇ ਵਧਣ ਦੇ ਚਾਂਸਸ ਆ, ਪਰ ਆਉਂਦੇ ਸਾਲ ਦੇ ਭਾਵ 2021 ਦੇ ਸ਼ੁਰੂ ਦੇ ਵਿੱਚ ਇਹ ਬਿਲਕੁਲ ਜਿਹੜੇ ਸਰਗਰਮ ਕੇਸ ਆ ਉਹ ਬਿਲਕੁਲ ਹੀ ਘਟ ਰਹਿ ਜਾਣਗੇ ਜੀ। ਸੋ ਇੱਕ ਬੰਨੇ ਤਾਂ ਉਹ ਰਿਪੋਰਟ ਆ ਰਹੀ ਆ, ਦੂਜੇ ਬੰਨੇ ਦੁਸਹਿਰੇ ਤੇ ਜਿਹੜਾ ਨਗਰ ਕੀਰਤਨ ਸਜਦਾ ਹੈਗਾ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਤੋਂ, ਉਹ ਮਹਾਰਾਸ਼ਟਰ ਸਰਕਾਰ ਉਹਨੂੰ ਕੱਢਣ ਨਹੀਂ ਦੇਣਾ ਚਾਹੁੰਦੀ। ਉਹ ਆਨਾਕਾਨੀ ਕਰ ਰਹੀ ਆ। ਕਿਉਂ ਆਨਾਕਾਨੀ ਕਰ ਰਹੀ ਆ? ਇਹ ਅੰਕੜੇ ਦੇ ਕੇ ਭਈ ਜਿਹੜਾ ਕੋਵਿਡ ਦੇ ਕੇਸ ਜਿਹੜੇ ਆ ਉਹ ਬਹੁਤ ਸਾਰੇ ਵਧੇ ਹੈਗੇ ਆ। ਸੋ ਮੈਨੂੰ ਐਂ ਲੱਗਦਾ ਵੀ ਜੇ ਇਹਤਿਆਤ ਰੱਖ ਕੇ ਦੇਖੋ, ਸਾਡਾ ਸਾਲਾਨਾ ਦਿਵਸ ਆ, ਇੱਕ ਤਖਤ ਸਾਹਿਬ ਤੋਂ ਉਹ ਨਿਕਲਦਾ ਹੈਗਾ ਨਗਰ ਕੀਰਤਨ, ਤਾਂ ਸਰਕਾਰਾਂ ਨੂੰ ਉਹਦੇ ਵਿੱਚ ਨਾ ਕੋਈ ਵਿਘਨ ਪਾਉਣ ਦਾ ਹੱਕ ਨਹੀਂ। ਸੰਗਤਾਂ ਸਿਆਣੀਆਂ ਨੇ, ਉਹੋ ਜਿਹੇ ਇਹਤਿਆਤ ਰੱਖ ਕੇ ਨਗਰ ਕੀਰਤਨ ਕੱਢਦੀਆਂ ਵੀ ਆ ਤੇ ਕੱਢ ਲੈਣ ਦੇਣਾ ਚਾਹੀਦਾ, ਪਰ ਉਹ ਮੰਨੇ ਨਹੀਂ ਮਹਾਰਾਸ਼ਟਰ ਸਰਕਾਰ। ਤੇ ਹਜੂਰ ਸਾਹਿਬ ਦੀ ਜਿਹੜੀ ਪ੍ਰਬੰਧਕੀ ਕਮੇਟੀ ਆ ਉਹ ਸੁਪਰੀਮ ਕੋਰਟ ਵਿੱਚ ਚਲ ਗਈ। ਅਗਲੀ ਗੱਲ ਦੇਖੋ ਜੀ, ਤੇ ਅੱਜ ਸੋਮਵਾਰ ਨੂੰ 19 ਅਕਤੂਬਰ ਨੂੰ ਸੁਪਰੀਮ ਕੋਰਟ ਵਿੱਚ ਉਸ ਕੇਸ ਤੇ ਉਸ ਪਟੀਸ਼ਨ ਤੇ ਸੁਣਵਾਈ ਹੋ ਰਹੀ ਹੈ ਜੀ। ਸੋ ਸ਼ਾਮ ਤੱਕ ਉਹਦਾ ਨਤੀਜਾ ਆ ਜਾਏਗਾ ਵੀ ਸੁਪਰੀਮ ਕੋਰਟ ਨੇ ਕੀ ਫੈਸਲਾ ਦਿੱਤਾ ਹੈਗਾ। ਇਹ ਇਦਾਂ ਨਹੀਂ ਲੱਗਦਾ ਜਿੱਦਾਂ ਕਰੋਨਾ ਵੀ ਬੜਾ ਸੋਚ ਸਮਝ ਕੇ ਫੈਲਦਾ ਹੋਵੇ? ਵੀ ਬਿਹਾਰ ਦੇ ਵਿੱਚ ਜਿਹੜੀਆਂ ਪੋਲੀਟੀਕਲ ਰੈਲੀਆਂ ਹੋ ਰਹੀਆਂ ਉਹਦੇ 'ਚ ਕਰੋਨਾ ਨਹੀਂ ਫੈਲੂਗਾ, ਇਹ ਜਿਹੜਾ ਇੱਧਰ ਨਗਰ ਕੀਰਤਨ ਹੈ ਉਹਦੇ 'ਚ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਵੀ ਉੱਥੇ ਚੋਣਾਂ ਹੋ ਰਹੀਆਂ, ਉੱਥੇ ਕੇਂਦਰੀ ਹਕੂਮਤ ਵੱਡੇ ਇਕੱਠ ਕਰ ਰਹੀ ਆ, ਦੂਸਰੀਆਂ ਪਾਰਟੀਆਂ ਕਰ ਰਹੀਆਂ ਨੇ, ਤੇ ਜਿਹੜਾ ਹਜੂਰ ਸਾਹਿਬ ਤੋਂ ਨਗਰ ਕੀਰਤਨ ਸਜਣਾ ਉੱਥੇ ਕਰੋਨਾ ਦਾ ਡਰ ਹੈ। ਸੋ ਇਹ ਜਿਹੜੀਆਂ ਵਿਰੋਧੀ ਗੱਲਾਂ ਨਾ, ਇਹ ਆਪਾਂ ਵਿਰੋਧੀ ਗੱਲਾਂ ਨੇ। ਸੋ ਇਹਦੇ ਵਿੱਚੋਂ ਵੀ ਮੈਨੂੰ ਨਾ ਕਿਤੇ ਵਿਤਕਰੇ ਦੀ ਬੋ ਆਉਂਦੀ ਹੈ ਜੀ। ਇੱਕ ਗੱਲ ਹੋਰ ਸੱਤੀ ਸਾਹਿਬ ਜੀ, ਵਰਲਡ ਹੰਗਰ ਇੰਡੈਕਸ ਜੀ ਉਹਦੀ ਰਿਪੋਰਟ ਆਈ ਹੈ ਕੱਲ, ਬਿਲਕੁਲ, ਹੈ ਨਾ, ਤੇ ਉਹ ਕਹਿੰਦੇ ਵੀ ਭਾਈ ਤੁਹਾਡਾ ਤੇ ਹਾਲ ਹੀ ਬੜਾ ਮਾੜਾ, ਤੁਸੀਂ ਤੇ 94 ਨੰਬਰ ਤੇ ਆ, ਤੁਸੀਂ ਤਾਂ ਸ਼੍ਰੀਲੰਕਾ, ਬੰਗਲਾਦੇਸ਼ ਤੇ ਇਹਨਾਂ ਦਾ ਖਾਸ ਜਿਹਦਾ ਨਾਂ ਹਮੇਸ਼ਾ ਹੀ ਲਿਆ ਜਾਂਦਾ ਪਾਕਿਸਤਾਨ, ਤੁਸੀਂ ਤੇ ਉਹ ਤੋਂ ਵੀ ਬਹੁਤ ਪਿੱਛੇ ਆ। ਇਹ ਗੱਲ ਤੇਜਪਾਲ ਜੀ, ਇਹ ਗੱਲ ਸਾਡੇ ਲਈ ਨਾ, ਸਾਡੇ ਦੇਸ਼ ਲਈ ਸ਼ਰਮ ਦੀ ਗੱਲ ਆ ਜੀ। ਭਾਈ ਜਿੱਥੇ ਜਿਹੜਾ ਖੇਤੀ ਪ੍ਰਧਾਨ ਦੇਸ਼ ਹੋਵੇ ਜੀ, ਅਸੀਂ ਐਗਰੀਰੀਅਨ ਸਟੇਟ ਹੈਗੇ ਹਾਂ, ਠੀਕ ਹੈ, ਦੇਸ਼ ਦੇ ਤੌਰ ਤੇ ਵੀ ਤੇ ਸੂਬਾਈ ਇਕਾਈ ਦੇ ਤੌਰ ਤੇ ਜੀ, ਠੀਕ ਹੈ। ਜਿਹੜਾ ਉੱਤਰੀ ਭਾਰਤ ਦੇ ਖਿੱਤੇ ਨੇ, ਹੁਣ ਤਾਂ ਰਾਜਸਥਾਨ ਵੀ ਅੱਧਾ ਜਿਹੜਾ ਆ ਉੱਥੇ ਹਰਿਆਵਲ ਜਿਹੜੀ ਆ ਉਹ ਝਾਕਾਂ ਮਾਰਦੀ ਆ, ਠੀਕ ਹੈ, ਖੇਤ ਲਹਿਲਾਉਂਦੇ ਨੇ। ਹਨੂਮਾਨਗੜ੍ਹ ਹੁਣ ਤਹਿਸੀਲ ਤੋਂ ਜ਼ਿਲ੍ਹਾ ਬਣ ਗਿਆ, ਗੰਗਾ ਨਗਰ, ਹਨੂਮਾਨਗੜ੍ਹ, ਬੀਕਾਨੇਰ ਤੱਕ ਤਾਂ ਜਿਹੜੀਆਂ ਜ਼ਮੀਂਦਾਰਾਂ ਨੇ ਜ਼ਮੀਨਾਂ ਆਬਾਦ ਕਰ ਦਿੱਤੀਆਂ, ਰੇਗਿਸਤਾਨ ਦੇ ਵਿੱਚ ਨਗਲਸਤਾਨ ਬਣਾਤੇ, ਤੇ ਯੂਪੀ ਦੇ ਕਿਸਾਨ ਹੋ ਗਿਆ, ਖਾਸ ਕਰਕੇ ਉੱਤਰੀ ਜਿਹੜੀ ਯੂਪੀ ਹੈ, ਔਰ ਪੰਜਾਬ ਹਰਿਆਣਾ ਲੈ ਲਓ, ਹਿਮਾਚਲ 'ਚ ਇੰਨੀ ਖੇਤੀ ਹੋ ਰਹੀ ਆ, ਟੈਰਸ ਜਿਹੜੀ ਆ ਉਹ ਟੈਰਸ ਫੀਲਡਸ ਨੇ ਇੱਕ ਤਰ੍ਹਾਂ ਦੇ। ਸੋ ਸਾਡਾ ਦੇਸ਼ ਜਿੱਥੇ ਅੰਨ ਭੰਡਾਰ ਜਿਹੜੇ ਭਰ ਕੇ ਖੁੱਲੇ ਅਸਮਾਨ ਹੇਠ ਅੰਨ ਰੁੜਦਾ ਹੋਵੇ, ਤੇ ਉਹਦੀ ਸਥਿਤੀ ਇਹੋ ਜਿਹੀ ਹੋਵੇ ਵੀ ਗੁਆਂਢੀ ਜਿਹੜੇ ਗਰੀਬ ਦੇਸ਼ ਜਿਹਨਾਂ ਨੂੰ ਆਪਾਂ ਕਿਸੇ ਗਿਣਤੀ 'ਚ ਨਹੀਂ ਰੱਖਦੇ, ਉਹਦੇ ਤੋਂ ਵੀ ਸਾਡੀ ਇੰਡੈਕਸ ਦੇ ਵਿੱਚ ਆਪਾਂ ਥੱਲੇ ਹੋਈਏ। ਸੋ ਇਸ ਗੱਲ ਲਈ ਕੌਣ ਜ਼ਿੰਮੇਵਾਰ ਆ? ਕਿਉਂ ਭੁੱਖਮਰੀ ਫੈਲੀ ਹੋਈ ਆ? ਕਿਉਂ ਕੁਝ
ਥੋੜੀਆਂ ਜਿਹੀਆਂ ਧਿਰਾਂ ਹੀ ਇਸ ਸਭ ਕੁਝ ਤੇ ਕਾਬਜ ਆ। ਜੀ। ਕਿਉਂ 2 ਡੰਗ ਦੀ ਰੋਟੀ ਨਹੀਂ ਮਿਲਦੀ ਤੇ 1 ਮੁੱਠ ਦਾਣਿਆਂ ਦੀ ਲਈ, 1 ਮੁੱਠ ਆਟੇ ਲਈ ਸਾਡੇ ਲੋਕਾਂ ਨੂੰ ਤਰਸਣਾ ਪੈ ਰਿਹਾ। ਸਤੀ ਸਾਹਿਬ, ਦੂਜੇ ਪਾਸੇ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਇਹਨਾਂ ਦਾ ਇੱਕ ਮੈਂ ਬਿਆਨ ਸੁਣ ਰਿਹਾ ਸੀਗਾ ਜੀ। ਇਹਨੇ ਕਿਹਾ ਵੀ ਕਰੋਨਾ ਦੇ ਟਾਈਮ ਦੇ ਉੱਤੇ ਆ ਜਿਹੜੇ ਪਿਛਲੇ 7 ਮਹੀਨਿਆਂ ਤੋਂ ਅਸੀਂ 80 ਕਰੋੜ ਲੋਕਾਂ ਨੂੰ ਰੋਜ਼ ਖਾਣਾ ਦੇ ਰਹੇ ਹਾਂ। ਜੀ। ਸੋ ਉਹ ਕਿਹੜੇ 80 ਕਰੋੜ ਲੋਕਾਂ ਨੂੰ ਖਾਣਾ ਦੇ ਰਹੇ ਹਾਂ ਆਪਾਂ? ਇਹ ਬਿਆਨ ਸੀ ਇਹਦਾ? ਸੋ ਬਿਆਨ ਤਾਂ ਸਾਡੇ ਪ੍ਰਧਾਨ ਮੰਤਰੀ ਬਹੁਤ ਸਾਰੇ ਦਿੰਦੇ ਨੇ, ਤਾਂ ਉਹਨਾਂ ਬਿਆਨਾਂ ਦੀ ਸੱਚਾਈ ਜਿਹੜੀ ਆ ਉਹ ਕਿਤੇ ਕਿਤੇ ਲੱਗਦਾ ਵੀ ਪਰਖਣੀ ਪੈਂਦੀ ਆ ਜੀ। ਸੋ ਜੇ ਇੱਕ ਕੌਮਾਂਤਰੀ ਜਥੇਬੰਦੀ, ਕੌਮਾਂਤਰੀ ਸੰਸਥਾ ਜਿਹੜੀ ਆ ਉਹ ਸਾਡਾ ਆਹ ਹਾਲ ਦੱਸਦੀ ਆ, ਤੇ ਉਹ ਕਿਹੜੇ 80 ਕਰੋੜ ਲੋਕਾਂ ਨੂੰ ਭੋਜਨ ਗਿਆ ਜੀ। ਸੋ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇਜਪਾਲ ਜੀ, ਧੰਨਵਾਦ।